ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕਿਟ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਗੁਪਤਾ ਐਮਪਾਇਰ ਯਾਨੀ ਕਿ ਗੁਪਤ ਸਾਮਰਾਜ ਬਾਰੇ ਪੂਰੇ ਡਿਟੇਲ ਦੇ ਵਿੱਚ ਇੱਕ ਇੱਕ ਫੈਕਟ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ SST ਮਾਸਟਰ ਕਿਟ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਅਲੱਗ-ਅਲੱਗ ਟੌਪਿਕਸ ਬਾਰੇ ਜੋ ਤੁਹਾਡੇ ਸਿਲੇਬਸ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਸੈਸ਼ਨ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੇ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਗੁਪਤ ਸਾਮਰਾਜ ਬਾਰੇ ਪੂਰੀ ਡਿਟੇਲ ਦੇ ਵਿੱਚ ਇੱਕ ਇੱਕ ਫੈਕਟ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਫੈਕਟ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਅੱਜ ਆਪਾਂ ਪੜ੍ਹਾਂਗੇ ਗੁਪਤਾ ਡਾਇਨੈਸਟੀ ਦੇ ਬਾਰੇ, ਜੋ ਕਿ ਗੋਲਡਨ ਏਜ ਮੰਨੀ ਜਾਂਦੀ ਹੈ ਹਿਸਟਰੀ ਦੇ ਵਿੱਚ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਇਹ ਤੁਹਾਡੇ ਲਈ। ਇਹਦੇ ਵਿੱਚੋਂ ਕੁਐਸਚਨ ਅਕਸਰ ਹੀ ਬਹੁਤ ਪੁੱਛੇ ਜਾਂਦੇ ਨੇ। ਇਸ ਤੋਂ ਪਹਿਲਾਂ ਆਪਣੇ ਜਿੰਨੇ ਵੀ ਪ੍ਰੀਵੀਅਸ ਸੈਸ਼ਨ ਅਪਲੋਡ ਹੋਏ ਨੇ ਉਹ ਤੁਸੀਂ ਬੈਕ ਟੂ ਬੈਕ 1 ਬਾਏ 1 ਲਗਾ ਕੇ ਆਇਓ, ਕਿਉਂਕਿ ਜੇ ਤੁਸੀਂ ਸੀਰੀਜ਼ ਵਾਈਜ਼ ਲਗਾਓਗੇ ਤਾਂ ਤੁਹਾਨੂੰ ਸਾਰੇ ਟੌਪਿਕਸ ਦੀ ਸਮਝ ਆਊ ਅਤੇ ਤੁਹਾਡਾ ਕਨਸੈਪਟ ਵੀ ਕਲੀਅਰ ਹੋਊ। ਠੀਕ ਹੈ ਜੀ, ਇਹ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਚੱਲ ਰਹੇ ਹਾਂ, ਜੋ ਤੁਹਾਡਾ SST ਮਾਸਟਰ ਕਿਟ ਦਾ ਸਿਲੇਬਸ ਹੈ। ਤਾਂ ਅੱਜ ਆਪਾਂ ਪੜ੍ਹਾਂਗੇ ਗੁਪਤਾ ਡਾਇਨੈਸਟੀ ਬਾਰੇ। ਤਾਂ ਬਹੁਤ ਇੰਪੋਰਟੈਂਟ ਹੈ ਜਿਹੜਾ ਤੁਹਾਡਾ ਟੌਪਿਕ ਹੈ। ਸਭ ਤੋਂ ਪਹਿਲਾਂ ਸੋਰਸ ਐਂਡ ਇਨਫੋਰਮੇਸ਼ਨ, ਯਾਨੀ ਕਿ ਗੁਪਤਾ ਸਾਮਰਾਜ ਦੀ ਜਿਹੜੀ ਆਪਾਂ ਨੂੰ ਇਨਫੋਰਮੇਸ਼ਨ ਆਪਾਂ ਨੂੰ ਕਿੱਥੋਂ ਮਿਲਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਤਾਂ ਇਹਨਾਂ ਦੇ ਸੋਰਸ ਐਂਡ ਇਨਫੋਰਮੇਸ਼ਨ ਮਤਲਬ ਗੁਪਤ ਸਾਮਰਾਜ ਬਾਰੇ ਪਤਾ ਆਪਾਂ ਨੂੰ ਕਿੱਥੋਂ ਚੱਲਦਾ, ਕਿਉਂਕਿ ਹਿਸਟਰੀ ਜਿਹੜੀ ਕ੍ਰੀਏਟ ਹੁੰਦੀ ਹੈ, ਠੀਕ ਹੈ ਜੀ, ਹਿਸਟਰੀ ਦਾ ਕੋਈ ਨਾ ਕੋਈ ਆਪਾਂ ਨੂੰ ਪ੍ਰੂਫ ਹੁੰਦਾ, ਕੋਈ ਸਬੂਤ ਆਪਾਂ ਨੂੰ ਮਿਲਦਾ। ਤਾਂ ਉੱਥੋਂ ਆਪਾਂ ਇਹ ਸਿੱਧ ਕਰਦੇ ਹਾਂ ਕਿ ਇਹ ਗੁਪਤਾ ਡਾਇਨੈਸਟੀ ਵੀ ਕੋਈ ਹਿਸਟਰੀ ਦੇ ਵਿੱਚ ਕੋਈ ਡਾਇਨੈਸਟੀ ਹੈਗੀ ਸੀ। ਤਾਂ ਇਹ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ, ਦੇਵੀ ਚੰਦਰ ਗੁਪਤਮ ਐਂਡ ਮੁਦਰਾ ਰਾਕਸ਼ਸਮ, ਰਿਟਨ ਬਾਏ ਵਿਸ਼ਾਖਾ ਦੱਤ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਇਹ ਦੋਨੋਂ ਜਿਹੜੀਆਂ ਰਚਨਾਵਾਂ ਨੇ ਇਹੀ ਬਹੁਤ ਇੰਪੋਰਟੈਂਟ ਨੇ, ਦੇਵੀ ਚੰਦਰ ਗੁਪਤਮ ਅਤੇ ਮੁਦਰਾ ਰਾਕਸ਼ਸਮ। ਮੁਦਰਾ ਰਾਕਸ਼ਸ ਵੀ ਇਹਨੂੰ ਕਿਹਾ ਜਾਂਦਾ। ਤਾਂ ਇਹ ਕਿਹਨਾਂ ਨੇ, ਇਹਦਾ ਜਿਹੜਾ ਰਾਈਟਰ ਹੈ ਉਹ ਹੈਗਾ ਵਿਸ਼ਾਖਾ ਦੱਤ। ਵਿਸ਼ਾਖਾ ਦੱਤ ਨੇ ਇਹ ਜਿਹੜੀਆਂ ਇਹ ਦੋਨੋਂ ਰਚਨਾਵਾਂ ਲਿਖੀਆਂ ਨੇ। ਤਾਂ ਬਹੁਤ ਇੰਪੋਰਟੈਂਟ ਹੈ ਇਹ। ਤਾਂ ਇਹਨਾਂ ਤੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਗੁਪਤਾ ਡਾਇਨੈਸਟੀ ਵੀ ਆਪਣੀ ਹਿਸਟਰੀ ਦੇ ਵਿੱਚ ਬਹੁਤ ਮਤਲਬ ਫੇਮਸ ਡਾਇਨੈਸਟੀ ਹੋਈ ਹੈ। ਤਾਂ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਉਹ ਇਹ ਹੈ। ਦੂਸਰਾ ਜਿਹੜਾ ਆਪਣਾ ਪੁਆਇੰਟ ਹੈ, ਦੀ ਚਾਈਨੀਜ਼ ਟਰੈਵਲਰ ਫਾਹੀਆਨ ਹੂ ਵਿਜ਼ਿਟਡ ਇੰਡੀਆ ਡਿਊਰਿੰਗ ਦੀ ਰੀਨ ਆਫ ਚੰਦਰਗੁਪਤ ਸੈਕਿੰਡ। ਠੀਕ ਹੈ ਜੀ, ਇੱਕ ਚਾਈਨੀਜ਼ ਟਰੈਵਲਰ ਸੀਗਾ, ਚਾਈਨਾ ਦਾ ਇੱਕ ਬੰਦਾ ਯਾਤਰੀ ਸੀਗਾ ਜਿਹਦਾ ਨਾਮ ਸੀ ਫਾਹੀਆਨ। ਠੀਕ ਹੈ ਜੀ, ਫਾਹੀਆਨ ਆਇਆ ਸੀਗਾ। ਕਦੋਂ ਆਇਆ ਸੀ? ਚੰਦਰਗੁਪਤ ਸੈਕਿੰਡ ਦੇ ਟਾਈਮ 'ਤੇ ਇਹ ਜਿਹੜਾ ਬੰਦਾ ਇਹ ਆਇਆ ਸੀ, ਟਰੈਵਲਰ ਸੀ, ਸਕਾਲਰ ਸੀਗਾ ਇਹ। ਠੀਕ ਹੈ ਜੀ, ਇਹ ਬੁੱਧ ਧਰਮ ਦੇ ਉੱਤੇ ਖੋਜ ਕਰ ਰਿਹਾ ਸੀ, ਮਤਲਬ ਬੁੱਧ ਧਰਮ ਨੂੰ ਇਹ ਬੰਦਾ ਫੋਲੋ ਕਰਦਾ ਸੀ ਬਹੁਤ ਜ਼ਿਆਦਾ। ਤਾਂ ਜਿੱਥੇ ਜਿੱਥੇ ਮਹਾਤਮਾ ਬੁੱਧ ਗਏ ਨੇ ਤਾਂ ਉੱਥੇ ਇਹ ਬੰਦਾ ਜਿਹੜਾ ਇਹ ਪਹੁੰਚਿਆ ਸੀ। ਠੀਕ ਹੈ ਜੀ, ਤਾਂ ਕਰਕੇ ਜਿਹੜਾ ਫਾਹੀਆਨ ਹੈ ਇਹ ਚਾਈਨੀਜ਼ ਟਰੈਵਲਰ ਸੀ। ਠੀਕ ਹੈ ਜੀ, ਤਾਂ ਚੰਦਰਗੁਪਤ ਸੈਕਿੰਡ ਦੇ ਟਾਈਮ 'ਤੇ ਇਹ ਆਪਣੇ ਇੰਡੀਆ ਦੇ ਵਿੱਚ ਆਇਆ ਸੀ। ਤਾਂ ਇਹਨੇ ਜਿੰਨਾ ਵੀ ਲਿਟਰੇਚਰ ਇਹਨੇ ਆਪਦਾ ਲਿਖਿਆ, ਜਿੰਨਾ ਵੀ ਇਹਨੇ ਆਪਦੀਆਂ ਬੁੱਕਸ ਲਿਖੀਆਂ ਨੇ, ਤਾਂ ਉਹ ਬੁੱਕਸ ਤੋਂ ਇਹ ਪਤਾ ਲੱਗਦਾ ਕਿ ਗੁਪਤਾ ਡਾਇਨੈਸਟੀ ਬਹੁਤ ਫੇਮਸ ਡਾਇਨੈਸਟੀ ਜਿਹੜੀ ਹਿਸਟਰੀ ਦੇ ਵਿੱਚ ਪਾਈ ਜਾਂਦੀ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਅਪਾਰਟ ਫਰੋਮ ਦੀਜ਼ ਲਿਟਰੇਰੀ ਸੋਰਸਿਸ ਦੇਅਰ ਆਰ ਇਨਸਕ੍ਰਿਪਸ਼ਨਸ ਲਾਈਕ ਮਹਿਰੌਲੀ ਆਇਰਨ ਪਿਲਰ ਇਨਸਕ੍ਰਿਪਸ਼ਨ ਐਂਡ ਅਲਾਹਾਬਾਦ ਪਿਲਰ ਇਨਸਕ੍ਰਿਪਸ਼ਨ ਆਰ ਟੈਲਸ ਅਬਾਊਟ ਚੰਦਰਗੁਪਤ 1। ਤਾਂ ਇਹ ਬਹੁਤ ਇੰਪੋਰਟੈਂਟ ਤੁਹਾਡੇ ਲਈ ਫੈਕਟ ਜਿਹੜਾ ਇਹ ਬਣ ਜਾਂਦਾ। ਠੀਕ ਹੈ ਜੀ, ਤਾਂ ਕਈ ਵਾਰੀ ਆਪਾਂ ਨੂੰ ਇਹ ਕੁਐਸਚਨ ਵੀ ਆ ਜਾਂਦਾ ਕਿ ਜਿਹੜੀ ਮਹਿਰੌਲੀ ਆਇਰਨ ਪਿਲਰ ਇਨਸਕ੍ਰਿਪਸ਼ਨ ਹੈ, ਇਨਸਕ੍ਰਿਪਸ਼ਨ ਆਪਾਂ ਕਿਹਨੂੰ ਕਹਿ ਸਕਦੇ ਹਾਂ? ਪ੍ਰਸ਼ਸਤੀ ਨੂੰ। ਠੀਕ ਹੈ ਜੀ, ਪੰਜਾਬੀ 'ਚ ਇਹਨੂੰ ਕੀ ਕਹਿੰਦੇ ਨੇ? ਪ੍ਰਸ਼ਸਤੀ ਕਹਿੰਦੇ ਨੇ। ਪ੍ਰਸ਼ਸਤੀ ਦਾ ਮਤਲਬ ਹੈ ਪ੍ਰਸ਼ੰਸਾ ਕਰਵਾਉਣੀ। ਇਹ ਜਿਹੜੇ ਰਾਜੇ ਹੁੰਦੇ ਸੀ, ਇਹ ਆਪਣੀ ਪ੍ਰਸ਼ੰਸਾ ਦੇ ਵਿੱਚ ਜਿਹੜੇ ਇਹਨਾਂ ਦੇ ਕੋਰਟ ਪੋਇਟ ਹੁੰਦੇ ਸੀ, ਉਹਨਾਂ ਤੋਂ ਅਲੱਗ-ਅਲੱਗ ਟਾਈਪ ਦੀਆਂ ਮਤਲਬ ਆਪਦੀ ਵਡਿਆਈ ਕਰਕੇ ਇਹ ਪ੍ਰਸ਼ਸਤੀਆਂ ਲਿਖਵਾਉਂਦੇ ਸੀ। ਤਾਂ ਇਹ ਜਿਹੜੀਆਂ ਪ੍ਰਸ਼ਸਤੀਆਂ, ਜਿਵੇਂ ਮਹਿਰੌਲੀ ਆਇਰਨ ਪਿਲਰ ਹੈ, ਤਾਂ ਲੋਹੇ ਦਾ ਇੱਕ ਪਿਲਰ ਹੈ, ਉਹਦੇ ਉੱਪਰ ਲਿਖਿਆ ਹੋਇਆ, ਉਹਦੇ ਉੱਪਰ ਉਕਰਿਆ ਹੋਇਆ। ਠੀਕ ਹੈ, ਤਾਂ ਕਿ ਉਹ ਮਿਟੇ ਨਾ, ਮਤਲਬ ਕਾਫੀ ਟਾਈਮ ਉਹ ਜਿਹੜਾ ਉਹ ਰਹੇ, ਇਹਨਾਂ ਦੇ ਬਾਰੇ ਜਿਹੜਾ ਜਿਹੜੇ ਲੋਕ ਆਉਣ ਉਹ ਇਹਨਾਂ ਬਾਰੇ ਪੜ੍ਹਨ, ਤਾਂ ਕਰਕੇ ਇਹ ਜਿਹੜੇ ਆਪਣੇ ਪਿਲਰ ਇਨਸਕ੍ਰਿਪਸ਼ਨ ਲਿਖਵਾਉਂਦੇ ਹੁੰਦੇ ਸੀ। ਤਾਂ ਜਿਹੜਾ ਮਹਿਰੌਲੀ ਆਇਰਨ ਪਿਲਰ ਇਨਸਕ੍ਰਿਪਸ਼ਨ ਹੈ ਅਤੇ ਇੱਕ ਜਿਹੜਾ ਅਲਾਹਾਬਾਦ ਪਿਲਰ ਇਨਸਕ੍ਰਿਪਸ਼ਨ ਹੈ, ਰੌਕ ਕੱਟ ਆਪਾਂ ਕਹਿ ਸਕਦੇ ਹਾਂ ਕਿ ਰੌਕਸ ਦੇ ਉੱਤੇ ਵੀ ਇਹ ਲਿਖਵਾਉਂਦੇ ਹੁੰਦੇ ਸੀ, ਤਾਂ ਕਿ ਕਾਫੀ ਟਾਈਮ ਤੱਕ ਇਹਨਾਂ ਬਾਰੇ ਜਾਣਿਆ ਜਾ ਸਕੇ।
ਤਾਂ ਇਹ ਦੋਨੇ ਮਹਿਰੌਲੀ ਅਤੇ ਇਲਾਹਾਬਾਦ ਪਿਲਰ ਇਨਸਕ੍ਰਿਪਸ਼ਨ ਕਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਨੇ? ਚੰਦਰਗੁਪਤ ਵਨ ਦੇ ਬਾਰੇ, ਜੋ ਕਿ ਗੁਪਤਾ ਡਾਇਨੈਸਟੀ ਦਾ ਇੱਕ ਫੇਮਸ ਸ਼ਾਸਕ ਸੀ। ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਬਣ ਜਾਂਦੀ ਹੈ। ਕਈ ਵਾਰੀ ਤੁਹਾਨੂੰ ਪੁੱਛ ਲੈਂਦੇ ਨੇ ਕਿ ਮਹਿਰੌਲੀ ਆਇਰਨ ਪਿਲਰ ਇਨਸਕ੍ਰਿਪਸ਼ਨ ਜਾਂ ਇਲਾਹਾਬਾਦ ਪਿਲਰ ਇਨਸਕ੍ਰਿਪਸ਼ਨ ਕਿਹੜੀ ਡਾਇਨੈਸਟੀ ਦੇ ਨਾਲ ਰਿਲੇਟਡ ਹੈ? ਤਾਂ ਉਹ ਗੁਪਤਾ ਡਾਇਨੈਸਟੀ ਦੇ ਨਾਲ ਰਿਲੇਟਡ ਹੈ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡਾ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਦੀ ਕੋਇਨਸ ਇਸ਼ੂਜ਼ ਬਾਏ ਗੁਪਤਾ ਕਿੰਗਸ ਕੰਟੇਨ ਲੀਜੈਂਡ ਐਂਡ ਫਿਗਰ। ਤਾਂ ਜਿਹੜੇ ਇਹਨਾਂ ਨੇ ਕੋਇਨਸ ਇਸ਼ੂ ਕੀਤੇ ਸੀ, ਠੀਕ ਹੈ ਜੀ, ਉਸ ਟਾਈਮ 'ਤੇ ਜਿਹੜੇ ਕੋਇਨਸ ਸੀਗੇ ਉਹ ਜਦੋਂ ਡਿਸਕਵਰ ਕੀਤੇ ਗਏ ਤਾਂ ਉਹਨਾਂ ਤੋਂ ਪਤਾ ਲੱਗਿਆ ਕਿ ਇਹ ਗੁਪਤਾ ਡਾਇਨੈਸਟੀ ਦੇ ਕੋਇਨਸ ਨੇ। ਠੀਕ ਹੈ ਜੀ। ਜਿਵੇਂ ਕਿ ਗੋਲਡ ਸਿਲਵਰ ਦੇ ਉਸ ਟਾਈਮ 'ਤੇ ਕੋਇਨ ਚਲਾਏ ਗਏ ਸੀਗੇ ਸਮੁੰਦਰਗੁਪਤ ਚੰਦਰਗੁਪਤ ਵੱਲੋਂ। ਠੀਕ ਹੈ ਜੀ। ਤਾਂ ਸਮੁੰਦਰਗੁਪਤ ਵੱਲੋਂ ਜ਼ਿਆਦਾ ਚਲਾਏ ਗਏ ਸੀ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਅਤੇ ਜਿਹੜੇ ਕੋਇਨ ਚਲਾਏ ਗਏ ਗੋਲਡ ਅਤੇ ਸਿਲਵਰ ਦੇ, ਉਹ ਕਿਹੜੀ ਡਾਇਨੈਸਟੀ ਦੇ ਵਿੱਚ? ਤਾਂ ਗੁਪਤਾ ਡਾਇਨੈਸਟੀ ਦੇ ਵਿੱਚ ਚਲਾਏ ਗਏ ਸੀ ਸਮੁੰਦਰਗੁਪਤ ਦੇ ਦੁਆਰਾ। ਠੀਕ ਹੈ ਜੀ। ਅਤੇ ਜਿਹੜੇ ਕੋਇਨਸ ਨੇ ਇਹ ਵੀ ਆਪਾਂ ਨੂੰ ਜਾਣਕਾਰੀ ਦਿੰਦੇ ਨੇ ਗੁਪਤਾ ਡਾਇਨੈਸਟੀ ਦੀ। ਅਗਲਾ ਆਪਣਾ ਜਿਹੜਾ ਪੁਆਇੰਟ ਹੈ, ਦੀ ਫਾਊਂਡਰ ਆਫ ਗੁਪਤਾ ਡਾਇਨੈਸਟੀ ਇਜ਼ ਸ਼੍ਰੀ ਗੁਪਤ। ਠੀਕ ਹੈ ਜੀ। ਤਾਂ ਇਹ ਤੁਸੀਂ ਨੋਟ ਕਰ ਲੈਣਾ, ਇਹ ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਤੁਹਾਨੂੰ ਪੁੱਛ ਸਕਦੇ ਨੇ ਕਿ ਗੁਪਤਾ ਡਾਇਨੈਸਟੀ ਦਾ ਫਾਊਂਡਰ ਕੌਣ ਹੈ? ਤਾਂ ਉਹਦਾ ਨਾਮ ਹੈ ਸ਼੍ਰੀ ਗੁਪਤ। ਠੀਕ ਹੈ ਜੀ। ਸ਼੍ਰੀ ਗੁਪਤ ਗੁਪਤਾ ਡਾਇਨੈਸਟੀ ਦਾ ਫਾਊਂਡਰ ਹੈ। ਹੀ ਵਾਜ਼ ਸਕਸੀਡਡ ਬਾਏ ਘਟੋਤਕਚ, ਦੀਜ਼ ਟੂ ਵਰ ਕਾਲਡ ਮਹਾਰਾਜਾਸ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਇਹ ਦੋ ਰਾਜੇ ਹੋਏ ਸੀਗੇ ਗੁਪਤਾ ਡਾਇਨੈਸਟੀ ਦੇ। ਸਭ ਤੋਂ ਪਹਿਲਾਂ ਜਿਹੜਾ ਫਾਊਂਡਰ ਹੈ ਸ਼੍ਰੀ ਗੁਪਤ, ਸ਼੍ਰੀ ਗੁਪਤ ਨੇ ਜਿਹੜੀ ਗੁਪਤਾ ਸਾਮਰਾਜ ਦੀ ਸਥਾਪਨਾ ਕੀਤੀ ਸੀ, ਇਹਨੂੰ ਸਕਸੀਡ ਕੀਤਾ ਸੀ ਘਟੋਤਕਚ ਨੇ। ਠੀਕ ਹੈ ਜੀ। ਇਹ ਵੀ ਇੱਕ ਰਾਜਾ ਸੀਗਾ ਗੁਪਤਾ ਡਾਇਨੈਸਟੀ ਦਾ। ਤਾਂ ਦੀਜ਼ ਟੂ ਵਰ ਕਾਲਡ ਮਹਾਰਾਜ, ਤਾਂ ਇਹ ਆਪਣੇ ਆਪ ਨੂੰ ਕੀ ਕਹਾਉਂਦੇ ਸੀ? ਲੋਕਾਂ ਤੋਂ ਮਹਾਰਾਜ ਕਹਾਉਂਦੇ ਸੀ। ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਤੁਹਾਡੇ ਲਈ ਇਨਫੋਰਮੇਸ਼ਨ ਹੈ ਜਿਹੜੀ ਉਹ ਬਣ ਜਾਂਦੀ ਹੈ। ਅੱਗੇ ਜਿਹੜੇ ਇਹਦੇ ਫੇਮਸ ਸ਼ਾਸਕ ਨੇ ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਸਿਰਫ ਉਹ ਪੁਆਇੰਟ ਪੜ੍ਹਾਂਗੇ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਨੇ ਅਤੇ ਜਿਹੜੇ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਨੇ। ਫਾਲਤੂ ਇਨਫੋਰਮੇਸ਼ਨ ਜਿਹੜਾ ਪੜ੍ਹਨ ਦਾ ਉਹ ਕੋਈ ਫਾਇਦਾ ਨਹੀਂ। ਠੀਕ ਹੈ ਜੀ। ਕਿਉਂਕਿ SST ਮਾਸਟਰ ਕੇਡਰ ਜੇਕਰ ਤੁਸੀਂ ਦੇਣ ਜਾ ਰਹੇ ਹੋ ਤਾਂ ਨਾਲ ਦੀ ਨਾਲ ਤੁਹਾਡਾ ਸਮਾਰਟ ਵਰਕ ਵੀ ਬਹੁਤ ਕੰਮ ਕਰੂਗਾ। ਤੁਹਾਨੂੰ ਸਮਾਰਟ ਹੋ ਕੇ ਚੱਲਣਾ ਪਊਗਾ। ਠੀਕ ਹੈ ਜੀ। ਇਹ ਨਹੀਂ ਕਿ ਤੁਸੀਂ ਜੋ ਵੀ ਤੁਹਾਡੇ ਅੱਗੇ ਆਇਆ ਉਹ ਪੜ੍ਹ ਲਿਆ। ਠੀਕ ਹੈ ਜੀ। ਤਾਂ ਜਿੰਨੀ ਤੁਹਾਡੀ ਕੈਪੈਸਿਟੀ ਹੈ ਓਨਾ ਤੁਸੀਂ ਪੜ੍ਹੋ। ਅਤੇ ਬਟ ਜਿਹੜੀ ਚੀਜ਼ ਇੰਪੋਰਟੈਂਟ ਹੈ, ਠੀਕ ਹੈ ਜੀ, ਜਿਹੜੀ ਚੀਜ਼ ਇੰਪੋਰਟੈਂਟ ਹੈ ਉਹ ਜ਼ਰੂਰ ਪੜ੍ਹੋ, ਅਨਇੰਪੋਰਟੈਂਟ 'ਤੇ ਮੱਥਾ ਨਾ ਮਾਰੋ। ਠੀਕ ਹੈ ਜੀ। ਤਾਂ ਚੰਦਰਗੁਪਤ ਪਹਿਲਾ, ਸਭ ਤੋਂ ਪਹਿਲਾਂ ਜਿਹੜਾ ਇਹਦਾ ਸ਼ਾਸਕ ਹੈ ਉਹ ਹੈ ਚੰਦਰਗੁਪਤ ਫਸਟ। ਇਹਦਾ ਜਿਹੜਾ ਟਾਈਮ ਪੀਰੀਅਡ ਹੈ 320 ਤੋਂ 330 AD ਮਤਲਬ ਐਨੋ ਡੋਮਿਨੀ ਇਹਨੂੰ ਕਿਹਾ ਜਾਂਦਾ। ਐਨੋ ਡੋਮਿਨੀ ਇੱਕ ਲੈਟਿਨ ਟਰਮ ਹੈ। ਠੀਕ ਹੈ ਜੀ। ਤਾਂ ਐਨੋ ਡੋਮਿਨੀ, ਤਾਂ ਇਹ ਵੀ ਜੀਸਸ ਕ੍ਰਾਈਸਟ ਨੂੰ ਮੁੱਖ ਰੱਖ ਕੇ ਇਹ ਜਿਹੜੇ ਬਣਾਏ ਗਏ ਨੇ AD BC। ਠੀਕ ਹੈ ਜੀ। ਤਾਂ ਆਫਟਰ ਆਪਾਂ ਕਹਿ ਸਕਦੇ ਹਾਂ। ਤਾਂ ਚੰਦਰਗੁਪਤ ਜਿਹੜਾ ਫਸਟ ਹੈ ਇਹਦੀ ਜਿਹੜੀ ਟਰਮ ਹੈ ਉਹ ਹੈ 320 ਤੋਂ 330 AD। ਤਾਂ ਇਹ ਜਿਹੜਾ ਟਾਈਮ ਹੈ ਇਹ ਸਹੀ ਚੱਲਣ ਲੱਗ ਗਿਆ ਸੀ। ਪਹਿਲਾਂ ਜਿਹੜਾ ਟਾਈਮ ਸੀ ਉਹ ਉਲਟ ਚੱਲਦਾ ਸੀ, ਜਿਵੇਂ 330 ਤੋਂ 320 ਹੁੰਦਾ। ਤਾਂ ਇਹ 320 ਤੋਂ 330 ਅੱਗੇ ਵਧਣ ਵਾਲਾ ਜਿਹੜਾ ਟਾਈਮ ਹੈ ਉਹ AD ਦੇ ਵਿੱਚ ਆ ਗਿਆ ਸੀ। ਤਾਂ ਚੰਦਰਗੁਪਤ ਪਹਿਲੇ ਦਾ ਜਿਹੜਾ ਟਾਈਮ ਹੈ ਉਹ ਹੈ 320 ਤੋਂ 330 AD। ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਇਹਦੇ ਬਾਰੇ ਪੁਆਇੰਟ ਹੈ, ਦੀ ਫਸਟ ਇੰਪੋਰਟੈਂਟ ਰੂਲਰ ਵਾਜ਼ ਚੰਦਰਗੁਪਤ ਫਸਟ। ਤਾਂ ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਰੂਲਰ ਜਿਹਨੂੰ ਮੰਨਿਆ ਜਾਂਦਾ, ਜਿਹਨੇ ਕੁਛ ਨਾ ਕੁਛ ਕੀਤਾ, ਜਿਹਨੇ ਆਪਦੇ ਰੇਨ ਨੂੰ ਜਿਹੜਾ ਉਹ ਅੱਗੇ ਵਧਾਇਆ, ਤਾਂ ਉਹ ਸੀਗਾ ਚੰਦਰਗੁਪਤ ਪਹਿਲਾ। ਹੀ ਵਾਜ਼ ਕਾਲਡ ਮਹਾਰਾਜਾਧਿਰਾਜ। ਮਹਾਰਾਜਾਧਿਰਾਜ, ਇਹ ਪੁੱਛ ਸਕਦੇ ਤੁਹਾਨੂੰ ਕਿ ਮਹਾਰਾਜਾਧਿਰਾਜ ਦੀ ਉਪਾਧੀ ਸਭ ਤੋਂ ਪਹਿਲਾਂ ਕਿਹਨੇ ਪ੍ਰਾਪਤ ਕੀਤੀ ਸੀ? ਤਾਂ ਚੰਦਰਗੁਪਤ ਫਸਟ ਨੇ। ਮਹਾਰਾਜਾਧਿਰਾਜ ਦਾ ਕੀ ਮਤਲਬ ਹੁੰਦਾ? ਕਿੰਗ ਆਫ ਕਿੰਗਸ, ਰਾਜਿਆਂ ਦਾ ਰਾਜਾ। ਠੀਕ ਹੈ ਜੀ। ਸਾਰੇ ਰਾਜਿਆਂ ਦਾ ਰਾਜਾ। ਤਾਂ ਕਿੰਗ ਆਫ ਕਿੰਗਸ, ਤਾਂ ਮਹਾਰਾਜਾਧਿਰਾਜ। ਤਾਂ ਚੰਦਰਗੁਪਤ ਫਸਟ ਨੇ ਇਹ ਟਾਈਟਲ ਜਿਹੜਾ ਉਹ ਐਕਸੈਪਟ ਕੀਤਾ ਸੀ। ਅਗਲਾ ਜਿਹੜਾ ਇਹਦਾ ਫੇਮਸ ਰਾਜਾ ਉਹ ਹੈ ਸਮੁੰਦਰਗੁਪਤ, ਜਿਹਦੇ ਬਾਰੇ ਆਪਾਂ ਨੂੰ ਪੜ੍ਹਨ ਦੀ ਲੋੜ ਹੈ। ਅਤੇ ਇੱਥੋਂ ਕੁਐਸਚਨ ਵਾਰ-ਵਾਰ ਜਿਹੜਾ ਉਹ ਪੁੱਛਿਆ ਜਾਂਦਾ, ਹਰ ਵਾਰ ਪੁੱਛਿਆ ਜਾਂਦਾ। ਠੀਕ ਹੈ ਜੀ। ਤਾਂ SST ਮਾਸਟਰ ਕੇਡਰ ਦੇ ਵਿੱਚ ਵੀ ਇੱਥੋਂ ਕੁਐਸਚਨ ਬਹੁਤ ਬਣੇ ਨੇ। ਠੀਕ ਹੈ ਜੀ। ਪ੍ਰੀਵੀਅਸ ਤੁਸੀਂ ਜਿਹੜੇ ਆਪਣਾ ਪੇਪਰ ਹੋਇਆ ਉਹ ਤੁਸੀਂ ਦੇਖਿਓ। ਠੀਕ ਹੈ ਜੀ। ਤਾਂ ਬਹੁਤ ਕੁਐਸਚਨ ਇੱਥੋਂ ਆਏ ਹੋਏ ਨੇ। ਤਾਂ ਗੁਪਤਾ 'ਚੋਂ ਵੀ ਆਏ ਨੇ, ਟੋਟਲ ਹਿਸਟਰੀ ਦੇ ਵਿੱਚੋਂ ਹੀ ਆਏ ਨੇ। ਬਟ ਸਮੁੰਦਰਗੁਪਤ ਤੁਸੀਂ ਜ਼ਰੂਰ ਪੜ੍ਹਿਓ। ਸਮੁੰਦਰਗੁਪਤ ਦੇ ਵਿੱਚੋਂ ਆਉਣ ਦੇ ਤੁਹਾਨੂੰ 99% ਚਾਂਸਿਸ ਨੇਗੇ ਜਿਹੜਾ ਇੱਥੋਂ ਕੁਐਸਚਨ ਆਉਣ ਦੇ। ਠੀਕ ਹੈ ਜੀ। ਤਾਂ ਇਹ ਸਿਰਫ ਇਹ ਨਹੀਂ ਕਿ ਮੈਂ ਤੁਹਾਨੂੰ ਰਿਕਮੈਂਡ ਸਿਰਫ ਇਹ ਕਹਿ ਕੇ ਕਰਨਾ ਕਿ 99। ਠੀਕ ਹੈ। ਤੁਸੀਂ ਇਹਨੂੰ ਤੁਹਾਨੂੰ ਸ਼ੋਰ ਹੋ ਜਾਊਗਾ ਜਦੋਂ ਤੁਸੀਂ ਪੇਪਰ ਦਿਓਗੇ ਤਾਂ ਤੁਸੀਂ ਖੁਦ ਇਹ ਚੀਜ਼ ਦੇਖੋਗੇ। ਠੀਕ ਹੈ ਜੀ। ਕਿ ਤੁਹਾਨੂੰ ਇੱਥੋਂ ਕੁਐਸਚਨ ਮਿਲ ਰਹੇ ਨੇ। ਤਾਂ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਤਿਆਰ ਕਰੋ ਆਪਣਾ ਇੱਕ ਟੌਪਿਕ। ਇਸ ਤੋਂ ਬਾਅਦ ਆਪਾਂ ਜਦੋਂ ਆਪਣਾ ਇਹ ਸਾਰੀ ਜਿਹੜੀ ਹਿਸਟਰੀ, ਪੋਲਿਟੀ, ਜੋਗਰਾਫੀ ਆਪਣੀ ਇਹ ਕੰਪਲੀਟ ਆਪਾਂ ਕਰ ਦਿੱਤੀ, ਤਾਂ ਇਸ ਤੋਂ ਬਾਅਦ ਆਪਾਂ ਇਹਦੇ ਕੁਐਸਚਨ ਵੀ ਅਟੈਂਪਟ ਕਰਾਂਗੇ। ਤਾਂ ਹੋ ਸਕਦਾ ਤੁਹਾਡੇ ਕੁਐਸਚਨ ਤੁਹਾਨੂੰ ਅਟੈਂਪਟ ਕਰਨ ਦੀ ਲੋੜ ਨਾ ਵੀ ਪਵੇ, ਕਿਉਂਕਿ ਮੇਨ ਆਪਣੀ ਚੀਜ਼ ਹੁੰਦੀ ਹੈ ਕੰਸੈਪਟ। ਕੁਐਸਚਨ ਤੁਸੀਂ ਸਾਰੇ ਪੜ੍ਹਦੇ ਹੀ ਰਹਿੰਦੇ ਹੋ, ਵੈਸੇ ਤਾਂ ਅਟੈਂਪਟ ਕਰਦੇ ਹੀ ਰਹਿੰਦੇ ਹੋ, ਹੋਰ ਕਲਾਸਾਂ ਵੀ ਤੁਸੀਂ ਲਗਾਉਂਦੇ ਹੀ ਰਹਿੰਦੇ ਹੋ। ਤਾਂ ਕੰਸੈਪਟ ਤੁਹਾਡਾ ਮੇਰਾ ਮਕਸਦ ਹੈ ਕਿ ਤੁਹਾਡਾ ਕੰਸੈਪਟ ਜ਼ਰੂਰ ਕਲੀਅਰ ਕਰਵਾਇਆ ਜਾਵੇ।
ਤਾਂ ਸਮੁੰਦਰਗੁਪਤ ਬਾਰੇ ਪੜ੍ਹਨ ਦੀ ਆਪਾਂ ਨੂੰ ਬਹੁਤ ਲੋੜ ਹੈ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ, ਸਮੁੰਦਰਗੁਪਤ ਵਾਜ਼ ਦੀ ਗ੍ਰੇਟੈਸਟ ਰੂਲਰ ਆਫ ਗੁਪਤਾ ਡਾਇਨੈਸਟੀ। ਸਭ ਤੋਂ ਮਹਾਨ ਸ਼ਾਸਕ ਇਹਨੂੰ ਮੰਨਿਆ ਜਾਂਦਾ ਹੈ ਸਮੁੰਦਰਗੁਪਤ ਨੂੰ, ਠੀਕ ਹੈ ਜੀ। ਇਹ ਚੰਦਰਗੁਪਤ ਫਸਟ ਤੋਂ ਬਾਅਦ ਆਉਂਦਾ, ਠੀਕ ਹੈ ਜੀ। ਤਾਂ ਇਹਦੇ ਬਾਰੇ ਮਤਲਬ ਕਿੱਥੋਂ ਪਤਾ ਲੱਗਦਾ, ਤਾਂ ਦਾ ਇਲਾਹਾਬਾਦ ਪਿੱਲਰ ਇਨਸਕ੍ਰਿਪਸ਼ਨ, ਠੀਕ ਹੈ ਜੀ। ਜਿਹੜੀ ਮਹਿਰੌਲੀ ਹੈ ਉਹ ਤਾਂ ਚੰਦਰਗੁਪਤ ਫਸਟ ਬਾਰੇ ਦੱਸਦੀ ਹੈ, ਅਤੇ ਜਿਹੜੀ ਇਲਾਹਾਬਾਦ ਪਿੱਲਰ ਇਨਸਕ੍ਰਿਪਸ਼ਨ ਹੈਗੀ ਉਹ ਸਮੁੰਦਰਗੁਪਤ ਨੇ ਲਿਖਵਾਈ ਹੋਈ ਹੈ, ਠੀਕ ਹੈ ਜੀ। ਤਾਂ ਡਿਟੇਲਜ਼ ਅਕਾਊਂਟ ਆਫ ਹਿਜ਼ ਰੇਨ, ਤਾਂ ਇਹਦਾ ਰਾਜ ਭਾਗ ਸੀ, ਇਹਦੇ ਬਾਰੇ ਪੂਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਜੇ ਤੁਸੀਂ ਲੈਣੀ ਹੈ ਤਾਂ ਤੁਸੀਂ ਇਲਾਹਾਬਾਦ ਪਿੱਲਰ ਇਨਸਕ੍ਰਿਪਸ਼ਨ ਨੂੰ ਪੜ੍ਹ ਸਕਦੇ ਹੋ। ਉਹ ਇਹਨੇ ਲਿਖਵਾਈ ਹੈ ਸਮੁੰਦਰਗੁਪਤ ਨੇ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਇਹ ਪੁਆਇੰਟ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਡਿਫੀਟਡ ਦੀ ਰੂਲਰਸ ਬਟ ਗੇਵ ਦੈਮ ਬੈਕ ਦੇਅਰ ਕਿੰਗਡਮਸ। ਇਹਦੇ ਵਿੱਚ ਇਹ ਖਾਸੀਅਤ ਸੀ ਕਿਉਂਕਿ ਇਹ ਬੰਦਾ ਬਹੁਤ ਤਕੜਾ ਸੀ ਲੜਨ ਦੇ ਵਿੱਚ ਵੀ, ਕਿਉਂਕਿ ਇਹਦੇ ਕੋਲ ਬਹੁਤ ਫੌਜ ਸੀ, ਠੀਕ ਹੈ ਜੀ। ਹਰ ਇੱਕ ਇਹਦੀ ਮਿਲਟਰੀ ਪਾਵਰ ਬਹੁਤ ਸਟਰੋਂਗ ਸੀ, ਇਕਨੋਮਿਕ ਪਾਵਰ ਬਹੁਤ ਸਟਰੋਂਗ ਸੀ। ਤਾਂ ਕਰਕੇ ਇਹ ਬੰਦੇ ਨੂੰ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਪ੍ਰਾਊਡ ਸੀ ਆਪਦੇ ਆਪ 'ਤੇ ਬਹੁਤ ਜ਼ਿਆਦਾ। ਤਾਂ ਜਦੋਂ ਇਹ ਕਿਸੇ ਰਾਜੇ ਨੂੰ ਹਰਾ ਦਿੰਦਾ ਸੀ ਤਾਂ ਹਰਾ ਕੇ ਉਹਨੂੰ ਉਹਦਾ ਜਿਹੜਾ ਕਿੰਗਡਮ ਜਿਹੜੀ ਉਹ ਤੋਂ ਜਿੱਤੀ ਹੁੰਦੀ ਸੀ ਉਹਨੂੰ ਵਾਪਸ ਦੇ ਦਿੰਦਾ ਸੀ। ਉਹਨੂੰ ਸਿਰਫ ਇਹ ਅਹਿਸਾਸ ਕਰਵਾ ਦਿੰਦਾ ਸੀ ਕਿ ਤੂੰ ਮੇਰੇ ਨਾਲੋਂ ਮਾੜਾ ਹੈ, ਯਾਨੀ ਕਿ ਤੂੰ ਮੇਰੇ ਨਾਲੋਂ ਤਕੜਾ ਨਹੀਂ ਹੈਗਾ ਜਿੱਤਣ ਦੇ ਵਿੱਚ, ਤੂੰ ਮੇਰੇ ਨਾਲੋਂ ਮਾੜਾ ਹੈ, ਠੀਕ ਹੈ ਜੀ। ਤਾਂ ਇਹ ਬਸ ਇੱਕ ਫੀਲ ਕਰਵਾਉਂਦਾ ਸੀ ਉਹਨੂੰ, ਤਾਂ ਡਿਫੀਟ ਕਰ ਦਿੰਦਾ ਸੀ ਇਹ ਰੂਲਰ ਨੂੰ, ਠੀਕ ਹੈ ਜੀ। ਡਿਫੀਟ ਜ਼ਰੂਰ ਕਰ ਦਿੰਦਾ ਸੀ ਪਰ ਜਿਹੜੀ ਕਿੰਗਡਮ ਜਿੱਤ ਲੈਂਦਾ ਸੀ ਉਹਨੂੰ ਵਾਪਸ ਕਰ ਦਿੰਦਾ ਸੀ। ਇਹ ਯਾਦ ਰੱਖਿਓ, ਇਹ ਪੁੱਛਿਆ ਜਾਂਦਾ ਕਈ ਵਾਰੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਆਫਟਰ ਦੀਜ਼ ਵਿਕਟਰੀਜ਼ ਸਮੁੰਦਰਗੁਪਤ ਪਰਫੋਰਮਡ ਦੀ ਅਸ਼ਵਮੇਧ ਸੈਕਰੀਫਾਈਸ। ਅਸ਼ਵਮੇਧ ਜਿਹੜਾ ਸੈਕਰੀਫਾਈਸ ਹੈ ਇਹ ਸਭ ਤੋਂ ਮਹਿੰਗਾ ਇੱਕ ਸੈਕਰੀਫਾਈਸ ਜਿਹੜਾ ਮੰਨਿਆ ਜਾਂਦਾ ਸੀ। ਆਪਾਂ ਵੈਦਿਕ ਏਜ ਪੜ੍ਹ ਕੇ ਆਏ ਹਾਂ, ਠੀਕ ਹੈ। ਮੈਂ ਤਾਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਕਨਸੈਪਟ ਕਲੀਅਰ ਕਰਨੇ ਆ ਤਾਂ ਜਿੰਨੀਆਂ ਵੀ ਆਪਣੀਆਂ ਪ੍ਰੀਵੀਅਸ ਕਲਾਸਾਂ ਹੋਈਆਂ, ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਤੁਸੀਂ ਉਹ ਜ਼ਰੂਰ ਅਟੈਂਡ ਕਰਿਓ ਜੇ ਤੁਸੀਂ ਵਧੀਆ ਤਰੀਕੇ ਨਾਲ ਸਮਝਣਾ, ਠੀਕ ਹੈ ਜੀ। ਆਪਾਂ ਉੱਥੋਂ ਚੱਲੇ ਹੋਏ ਹਾਂ, ਸਟੈਪ ਬਾਏ ਸਟੈਪ ਆਪਾਂ ਅੱਗੇ ਵੱਧਦੇ ਆ ਰਹੇ ਹਾਂ। ਤਾਂ ਇਹ ਅਸ਼ਵਮੇਧ ਯੱਗ ਜਿਹੜਾ ਸਟਾਰਟ ਹੋਇਆ ਵੈਦਿਕ ਏਜ ਤੋਂ ਸਟਾਰਟ ਹੋਏ ਨੇ, ਜਦੋਂ ਲੇਟਰ ਵੈਦਿਕ ਏਜ ਆਉਂਦੀ ਆਪਣੀ, ਜਦੋਂ ਲੋਕ ਕੁਦਰਤ ਤੋਂ ਦੂਰ ਹੋ ਗਏ ਸੀ, ਮਤਲਬ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਉਹ ਅਸ਼ਵਮੇਧ, ਠੀਕ ਹੈ ਜੀ, ਰਾਜਸੂਏ, ਇਹੋ ਜਿਹੇ ਯੱਗ ਜਿਹੜੇ ਕਰਵਾਉਣ ਲੱਗ ਗਏ ਸੀ ਜਿਹੜੇ ਕਿ ਬਹੁਤ ਮਹਿੰਗੇ ਹੁੰਦੇ ਸੀ, ਠੀਕ ਹੈ ਜੀ। ਤਾਂ ਅਸ਼ਵਮੇਧ ਯੱਗ ਜਿਹੜਾ ਕਰਵਾਉਂਦਾ ਸੀ ਸਮੁੰਦਰਗੁਪਤ ਨੇ ਵੀ ਬਹੁਤ ਇਹ ਕਰਵਾਇਆ ਹੈਗਾ ਅਸ਼ਵਮੇਧ ਯੱਗ। ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਅਸ਼ਵਮੇਧ ਇਹਨੇ ਬਹੁਤ ਕਰਵਾਇਆ, ਠੀਕ ਹੈ ਜੀ, ਸਮੁੰਦਰਗੁਪਤ ਨੇ। ਤਾਂ ਸਟੈਪ ਬਾਏ ਸਟੈਪ ਤੁਸੀਂ ਆਪਣੀਆਂ ਕਲਾਸਾਂ ਲਗਾਉਂਦੇ ਆਓ, ਤੁਹਾਡੀ ਵਧੀਆ ਤਰੀਕੇ ਨਾਲ ਤਿਆਰੀ ਹੋ ਜਾਣੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਇਸ਼ੂਡ ਗੋਲਡ ਐਂਡ ਸਿਲਵਰ ਕੋਇਨ। ਇਹ ਤੁਸੀਂ ਯਾਦ ਰੱਖਿਓ, ਇਹ ਤੁਹਾਨੂੰ ਪੁੱਛਿਆ ਜਾਊਗਾ, ਇਹ ਬਹੁਤ ਵਾਰ ਪੁੱਛਿਆ ਗਿਆ ਕਿ ਗੋਲਡ ਕੋਇਨ ਬਾਰੇ ਜ਼ਿਆਦਾ ਪੁੱਛਿਆ ਜਾਂਦਾ ਹੁੰਦਾ ਕਿ ਗੋਲਡ ਕੋਇਨ ਕਿਹਨੇ ਇਸ਼ੂ ਕੀਤੇ ਸੀ, ਤਾਂ ਉਹ ਕੀਤੇ ਸੀ ਆਪਣੇ ਸਮੁੰਦਰਗੁਪਤ ਨੇ। ਗੋਲਡ ਅਤੇ ਸਿਲਵਰ ਕੋਇਨ ਸਮੁੰਦਰਗੁਪਤ ਨੇ ਜਿਹੜਾ ਉਹ ਇਸ਼ੂ ਕੀਤੇ ਸੀ। ਬਹੁਤ ਇੱਕ ਆਪਾਂ ਕਹਿ ਸਕਦੇ ਹਾਂ ਕਿ ਅਮੀਰ ਡਾਇਨੈਸਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਬਹੁਤ ਅਮੀਰ ਰਾਜ ਸੀ ਇਹਨਾਂ ਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਸਮੁੰਦਰਗੁਪਤ ਵਾਜ਼ ਕਾਲਡ ਇੰਡੀਅਨ ਨੈਪੋਲੀਅਨ। ਇਹ ਬਹੁਤ ਵਾਰੀ ਪੁੱਛਿਆ ਗਿਆ, ਇੰਡੀਅਨ ਨੈਪੋਲੀਅਨ ਕਿਹਨੂੰ ਕਿਹਾ ਜਾਂਦਾ, ਸਮੁੰਦਰਗੁਪਤ ਨੂੰ। ਇੱਕ ਹੋਰ ਵੀ ਇਹਨੂੰ ਕਿਹਾ ਜਾਂਦਾ ਕਵਿਰਾਜ ਧੀਰਾਜ, ਕਿਉਂਕਿ ਇਹ ਬੰਦਾ ਕਵਿਤਾਵਾਂ ਸੁਣਨ ਦਾ ਬਹੁਤ ਸ਼ੌਂਕੀ ਸੀ, ਬਹੁਤ ਸ਼ੌਕੀਨ ਸੀ। ਇਹਦੇ ਦਰਬਾਰ ਦੇ ਵਿੱਚ ਬਹੁਤ ਸਾਰੇ ਕਵੀ ਸੀ, ਠੀਕ ਹੈ ਜੀ। ਤਾਂ ਕਵਿਤਾਵਾਂ ਇਹ ਸੁਣਦਾ ਹੀ ਰਹਿੰਦਾ ਸੀ, ਸ਼ੌਕੀਨ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਕਵਿਤਾਵਾਂ ਸੁਣਨ ਦਾ ਇਹ ਬਹੁਤ ਸ਼ੌਕੀਨ ਸੀ। ਤਾਂ ਇੰਡੀਅਨ ਨੈਪੋਲੀਅਨ ਵੀ ਇਹਨੂੰ ਕਿਹਾ ਜਾਂਦਾ ਅਤੇ ਕਵਿਰਾਜ ਧੀਰਾਜ ਵੀ ਇਹਨੂੰ ਕਿਹਾ ਜਾਂਦਾ, ਕਵਿਰਾਜ ਧੀਰਾਜ ਮਤਲਬ, ਠੀਕ ਹੈ ਜੀ। ਤਾਂ ਕਵੀ ਮਤਲਬ ਕਵਿਤਾਵਾਂ ਇਹ ਆਪ ਵੀ ਖੁਦ ਵੀ ਇਹ ਬੋਲਦਾ ਸੀ ਕਵਿਤਾਵਾਂ, ਅਤੇ ਸੁਣਦਾ ਵੀ ਬਹੁਤ ਸੀ, ਸ਼ੌਕੀਨ ਬਹੁਤ ਸੀ ਕਵਿਤਾਵਾਂ ਸੁਣਨ ਦਾ। ਤਾਂ ਇੰਡੀਅਨ ਨੈਪੋਲੀਅਨ ਅਤੇ ਕਵਿਰਾਜ ਧੀਰਾਜ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹਿਜ਼ ਇਮੇਜ ਡਿਪਸਾਈਟਿੰਗ ਦੀ ਹਿਮ ਵਿਦ ਵੀਣਾ, ਠੀਕ ਹੈ ਜੀ। ਤਾਂ ਇੱਕ ਇਹਦੇ ਬਾਰੇ ਇਹ ਕੁਐਸਚਨ ਆਉਂਦਾ ਕਿ ਕੁਆਇਨ ਦੇ ਉੱਤੇ ਵੀਣਾ ਵਜਾਉਂਦੀ ਦੀ ਤਸਵੀਰ ਕਿਹਦੀ ਹੈ, ਠੀਕ ਹੈ ਜੀ। ਤਾਂ ਇਹਦੀ ਇਮੇਜ ਹੈ ਉਹ ਸਮੁੰਦਰਗੁਪਤ ਦੀ। ਤਾਂ ਇਹਦੀ ਇੱਕ ਇਮੇਜ ਹੈ, ਇਹਨੇ ਆਪਦੀ ਇਮੇਜ ਬਣਵਾਈ ਸੀਗੀ, ਫੋਟੋ ਬਣਵਾਈ ਸੀ ਸਿੱਕਿਆਂ ਦੇ ਉੱਤੇ, ਕੁਆਇਨਸ ਦੇ ਉੱਤੇ ਜਿਹੜੇ ਇਹਨੇ ਇਸ਼ੂ ਕੀਤੇ ਸੀ, ਉਹਦੇ ਉੱਤੇ ਇਹ ਵੀਣਾ ਵਜਾ ਰਿਹਾ, ਠੀਕ ਹੈ ਜੀ। ਤਾਂ ਵੀਣਾ ਵਾਦਕ ਵੀ ਇਹਨੂੰ ਕਿਹਾ ਜਾਂਦਾ। ਤਾਂ ਵੀਣਾ ਸਭ ਤੋਂ ਪਹਿਲਾਂ ਕਿਹਨੇ ਵੀਣਾ ਦਾ ਸ਼ੌਕੀਨ ਸੀ, ਤਾਂ ਸਮੁੰਦਰਗੁਪਤ, ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕੁਐਸਚਨ, ਬਹੁਤ ਵਾਰ ਇਹ ਪੁੱਛਿਆ ਗਿਆ ਪਹਿਲਾਂ ਵੀ, ਤਾਂ ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਵਾਜ਼ ਅ ਫੋਲੋਵਰ ਆਫ ਵੈਸ਼ਨਵਿਜ਼ਮ, ਠੀਕ ਹੈ ਜੀ। ਤਾਂ ਮੋਸਟਲੀ ਜਿਹੜੇ ਤੁਹਾਨੂੰ ਗੁਪਤਾ ਡਾਇਨੈਸਟੀ ਦੇ ਰੂਲਰ ਮਿਲਣਗੇ ਉਹ ਵੈਸ਼ਨਵ ਸੀਗੇ, ਇਹ ਯਾਦ ਰੱਖਿਓ, ਠੀਕ ਹੈ ਜੀ। ਵੈਸ਼ਨਵ ਮਤਲਬ ਵਿਸ਼ਨੂੰ ਨੂੰ ਮੰਨਦੇ ਸੀ। ਤਾਂ ਵੈਸ਼ਨਵਿਜ਼ਮ ਦਾ ਇੱਕ ਬਹੁਤ ਵੱਡਾ ਫੋਲੋਵਰ ਸੀਗਾ ਜਿਹੜਾ ਸਮੁੰਦਰਗੁਪਤ ਸੀ। ਤਾਂ ਹੀ ਵਾਜ਼ ਇੰਟਰਸਟਡ ਆਲਸੋ ਇਨ ਬੁੱਧਿਜ਼ਮ। ਤਾਂ ਬੁੱਧਿਜ਼ਮ ਦੇ ਵਿੱਚ ਵੀ ਇਹ ਵਿਸ਼ਵਾਸ, ਕਿਉਂਕਿ ਬੁੱਧਿਜ਼ਮ ਉਸ ਟਾਈਮ 'ਤੇ, ਇਸ ਤੋਂ ਪਹਿਲਾਂ ਆਪਾਂ ਬੁੱਧਿਜ਼ਮ ਪੜ੍ਹ ਕੇ ਆਏ ਹਾਂ, ਤਾਂ ਬੁੱਧਿਜ਼ਮ ਤੁਸੀਂ ਜ਼ਰੂਰ ਪੜ੍ਹਿਓ। ਤਾਂ ਬੁੱਧਿਜ਼ਮ ਦਾ ਬਹੁਤ ਪ੍ਰਭਾਵ ਜਿਹੜਾ ਪੈ ਰਿਹਾ ਸੀ ਉਸ ਟਾਈਮ 'ਤੇ, ਤਾਂ ਕਰਕੇ ਇਹਨਾਂ ਦੇ ਰੀਨ ਦੇ ਵਿੱਚ ਜਿਹੜਾ ਆਇਆ ਸੀ ਫਾਹੀਆਨ ਆਇਆ ਸੀ।
ਮਤਲਬ ਚਾਈਨਾ ਤੋਂ। ਉਹ ਕਿਉਂ ਆਇਆ ਸੀ? ਕਿਉਂਕਿ ਬੁੱਧਿਜ਼ਮ ਦੇ ਪ੍ਰਭਾਵ ਨੂੰ ਦੇਖ ਕੇ ਉਹ ਆਇਆ ਸੀ। ਉਹਨੂੰ ਮਤਲਬ ਇੱਕ ਉਹਦੇ ਅੰਦਰ ਚਿਣਗ ਜਾਗੀ ਕਿ ਬੁੱਧ ਧਰਮ ਦੇ ਵਿੱਚ ਇਹੋ ਜਿਹਾ ਕੀ ਹੈ ਕਿ ਲੋਕ ਇਹਨਾਂ ਦੇ ਪਿੱਛੇ ਪਾਗਲ ਹੋ ਰਹੇ ਨੇ, ਠੀਕ ਹੈ ਜੀ। ਤਾਂ ਇਹ ਵੀ ਮਤਲਬ ਇੱਕ ਬੁੱਧ ਧਰਮ ਦਾ ਫੋਲੋਵਰ ਹੈ ਜਿਹੜਾ, ਉਹ ਬਣ ਗਿਆ ਸੀ ਸਮੁਦਰਗੁਪਤ। ਬਟ ਜ਼ਿਆਦਾਤਰ ਜਿਹੜਾ ਵੱਡਾ ਫੋਲੋਅਰ ਸੀ ਉਹ ਸੀਗਾ ਇਹ ਵੈਸ਼ਨਵਿਜ਼ਮ ਦਾ, ਵਿਸ਼ਨੂੰ ਦਾ। ਇਹ ਯਾਦ ਰੱਖਿਓ। ਹੁਣ ਆਪਾਂ ਪੜ੍ਹਦੇ ਹਾਂ ਚੰਦਰਗੁਪਤ 2 ਦੇ ਬਾਰੇ। ਇਹਦੇ ਬਾਰੇ ਵੀ ਬਹੁਤ ਇੰਪੋਰਟੈਂਟ ਹੈ ਇਹ। ਇਹਦੇ ਬਾਰੇ ਕੁਐਸਚਨ ਤੁਹਾਨੂੰ ਆਊਗਾ ਹੀ ਆਊਗਾ 100%, ਜੇ ਗੁਪਤਾ ਡਾਇਨੈਸਟੀ ਦੇ ਵਿੱਚੋਂ ਆਇਆ। ਤਾਂ ਸਮੁਦਰਗੁਪਤ ਵਾਜ਼ ਸਕਸੀਡਡ ਬਾਈ ਹਿਜ਼ ਸਨ ਚੰਦਰਗੁਪਤ ਸੈਕਿੰਡ। ਤਾਂ ਇਹ ਸਮੁਦਰਗੁਪਤ ਦਾ ਪੁੱਤਰ ਸੀਗਾ ਚੰਦਰਗੁਪਤ ਸੈਕਿੰਡ। ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਵਿਕਰਮਾਦਿੱਤਿਆ। ਇੱਥੋਂ ਕੁਐਸਚਨ ਬਣਦਾ ਹੁੰਦਾ ਕਿ ਕਿਹੜੇ ਗੁਪਤਾ ਸਾਮਰਾਜ ਦੇ ਕਿਹੜੇ ਰੂਲਰ ਨੂੰ ਵਿਕਰਮਾਦਿੱਤਿਆ ਕਿਹਾ ਜਾਂਦਾ? ਤਾਂ ਉਹ ਕਿਹਾ ਜਾਂਦਾ ਚੰਦਰਗੁਪਤ ਸੈਕਿੰਡ ਨੂੰ, ਠੀਕ ਹੈ ਜੀ। ਚੰਦਰਗੁਪਤ ਸੈਕਿੰਡ ਨੂੰ ਵਿਕਰਮਾਦਿੱਤਿਆ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਸਮੁਦਰਗੁਪਤ ਨੂੰ ਮਤਲਬ ਇਹਨੇ ਸਕਸੀਡ ਕੀਤਾ ਸੀ। ਤਾਂ ਅਗਲਾ ਜਿਹੜਾ ਇਹਦੇ ਬਾਰੇ ਪੁਆਇੰਟ ਹੈ, ਚੰਦਰਗੁਪਤ ਸੈਕਿੰਡ ਐਕਸਟੈਂਡਡ ਦੀ ਗੁਪਤਾ ਐਂਪਾਇਰ। ਤਾਂ ਇਹਨੇ ਆਪਦੇ ਰਾਜ ਭਾਗ ਨੂੰ ਬਹੁਤ ਜ਼ਿਆਦਾ ਵਧਾਇਆ ਸੀ। ਐਂਡ ਪਾਵਰ ਐਂਡ ਗਲੋਰੀ ਆਫ ਗੁਪਤਾ ਐਂਪਾਇਰ ਇਜ਼ ਔਨ ਇਟਸ ਪੀਕ। ਮਤਲਬ ਬਹੁਤ ਗਲੋਰੀ 'ਤੇ ਸੀ ਇਹਦੀ ਪਾਵਰ ਸੀ ਜਿਹੜੀ ਗੁਪਤਾ ਸਾਮਰਾਜ। ਮਤਲਬ ਇਹ ਆਪਾਂ ਕਹਿ ਸਕਦੇ ਕਿ ਤੂਤੀ ਬੋਲਦੀ ਸੀ ਇਹਦੀ ਸਾਰੇ ਪੂਰੀ ਇੰਡੀਆ ਦੇ ਵਿੱਚ, ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਇਹਦੀ ਤੂਤੀ ਬੋਲਦੀ ਸੀ ਗੁਪਤਾ ਸਮਰਾਟ ਦੀ, ਗੁਪਤਾ ਸਾਮਰਾਜ ਦੀ, ਠੀਕ ਹੈ ਜੀ। ਤਾਂ ਚੰਦਰਗੁਪਤ ਸੈਕਿੰਡ ਦੇ ਵੇਲੇ ਇਹ ਬੰਦੇ ਨੇ ਇੰਨਾ ਐਕਸਪੈਂਡ ਕੀਤਾ ਸੀ ਆਪਦੇ ਰਾਜ ਨੂੰ, ਠੀਕ ਹੈ। ਬਹੁਤ ਤਕੜਾ ਰਾਜਾ ਸੀ ਇਹ। ਇਹਨੂੰ ਵਿਕਰਮਾਦਿੱਤਿਆ ਦੇ ਨਾਮ ਨਾਲ ਜਾਣਿਆ ਜਾਂਦਾ। ਅਗਲਾ ਜਿਹੜਾ ਪੁਆਇੰਟ ਹੈ, ਹਿਜ਼ ਗ੍ਰੇਟੈਸਟ ਅਚੀਵਮੈਂਟ ਵਾਜ਼ ਹਿਜ਼ ਵਾਰ ਅਗੇਂਸਟ ਸਾਕਾ। ਇੱਕ ਹੂਣ ਹੁੰਦੇ ਸੀ, ਇੱਕ ਸ਼ੱਕ ਹੁੰਦੇ ਸੀ। ਤਾਂ ਇਹ ਬਹੁਤ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਭਿਆਨਕ ਹੁੰਦੇ ਸੀ। ਇਹਨਾਂ ਨਾਲ ਲੜਨਾ ਬਹੁਤ ਔਖਾ ਹੁੰਦਾ ਸੀ। ਮੋਸਟਲੀ ਜਿਹੜੇ ਰਾਜੇ ਸੀ ਉਹ ਇਹਨਾਂ ਤੋਂ ਡਰਦੇ ਸੀ। ਬਟ ਜਿਹੜਾ ਆਪਣਾ ਚੰਦਰਗੁਪਤ ਸੈਕਿੰਡ ਹੈ, ਜਿਹਨੂੰ ਵਿਕਰਮਾਦਿੱਤਿਆ ਕਿਹਾ ਜਾਂਦਾ, ਤਾਂ ਇਹਨੇ ਮਤਲਬ ਇਹਨੂੰ ਹਰਾਇਆ ਸੀ ਸਾਕਾਜ਼ ਨੂੰ, ਠੀਕ ਹੈ ਜੀ। ਉਜੈਨ ਬਿਕੇਮ ਦੀ ਇੰਪੋਰਟੈਂਟ ਕਮਰਸ਼ੀਅਲ ਸਿਟੀ। ਤਾਂ ਉਜੈਨ ਨੂੰ ਬਾਅਦ ਵਿੱਚ ਇਹਨਾਂ ਨੇ ਕੈਪੀਟਲ ਵੀ ਬਣਾ ਲਿਆ ਸੀ ਆਪਦੀ, ਉਜੈਨ। ਤਾਂ ਉਸ ਟਾਈਮ 'ਤੇ ਉਜੈਨ ਦੀ ਬਹੁਤ ਚੜ੍ਹਾਈ ਸੀ। ਜਿਹੜੀ ਉਜੈਨ ਸਿਟੀ ਸੀਗੀ ਇਹ ਕਮਰਸ਼ੀਅਲ ਸਿਟੀ ਜਾਣੀ ਜਾਂਦੀ ਸੀ ਉਸ ਟਾਈਮ 'ਤੇ ਗੁਪਤਾ ਸਾਮਰਾਜ ਦੇ ਵੇਲੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਆਲਸੋ ਕੰਟਰੀਬਿਊਟਡ ਦੀ ਜਨਰਲ ਕਲਚਰ ਪ੍ਰੋਗਰੈਸ ਆਫ ਦੀ ਏਜ 9 ਜੈਮਸ ਇਨ ਹਿਜ਼ ਕੋਰਟ ਇਨਕਲੂਡ, ਠੀਕ ਹੈ ਜੀ। ਤਾਂ ਇਹਨੇ ਇੱਕ ਜਿਹੜੀ ਪ੍ਰਥਾ ਚਲਾਈ ਸੀ, 9 ਜਿਹੜੇ ਆਪਾਂ 9 ਰਤਨ ਰੱਖਦੇ ਹਾਂ, ਜਿਵੇਂ ਅਕਬਰ ਨੇ ਵੀ ਆਪਦੇ ਦਰਬਾਰ ਦੇ ਵਿੱਚ 9 ਰਤਨ ਰੱਖੇ ਸੀ, ਤਾਂ ਉਹ ਇੱਥੋਂ ਚੱਲੀ ਹੈ ਉਹ ਪ੍ਰਥਾ, ਠੀਕ ਹੈ ਜੀ। ਤਾਂ ਇਹ ਕਲਚਰ ਪ੍ਰੋਗਰੈਸ ਜਿਹੜਾ ਇਹਨੇ ਚਲਾਇਆ ਸੀ, ਤਾਂ ਚੰਦਰਗੁਪਤ ਸੈਕਿੰਡ ਨੇ ਚਲਾਇਆ ਸੀ। ਇਹਦੇ ਦਰਬਾਰ ਦੇ ਵਿੱਚ 9 ਰਤਨ ਇਹਦੇ ਹੁੰਦੇ ਸੀ, ਜਿਹਦੇ ਵਿੱਚ ਆਪਾਂ ਫੇਮਸ ਪੜ੍ਹਦੇ ਹਾਂ ਕਿ ਕਿਹੜੇ ਕਿਹੜੇ ਹੁੰਦੇ ਸੀ। ਅਤੇ ਹੁੰਦਾ ਸੀ ਇੱਕ ਤਾਂ ਕਾਲੀਦਾਸ ਜਿਹੜਾ ਤੁਹਾਨੂੰ ਪੁੱਛਿਆ ਜਾਊਗਾ ਕਿਹਦੇ ਟਾਈਮ 'ਤੇ ਸੀ, ਤਾਂ ਉਹ ਗੁਪਤਾ ਐਂਪਾਇਰ ਦੇ ਟਾਈਮ 'ਤੇ ਸੀ ਕਾਲੀਦਾਸ। ਚੰਦਰਗੁਪਤ ਸੈਕਿੰਡ ਦਾ ਜਿਹੜਾ ਕਵੀ ਸੀਗਾ ਇਹ। ਤਾਂ ਅਮਰ ਸਿੰਹਾ, ਵਾਰਾਮਿਹਿਰ ਅਤੇ ਧਨਵੰਤਰੀ, ਠੀਕ ਹੈ ਜੀ। ਤਾਂ ਇਹ ਇਹਨਾਂ ਦੇ ਜਿਹੜੇ ਕੁਛ ਕੁ ਮੈਂ ਤੁਹਾਨੂੰ ਲਿਖਵਾਏ ਆ, ਜ਼ਿਆਦਾ ਇੰਪੋਰਟੈਂਟ ਨਹੀਂ, ਬਟ 9 ਰਤਨਾਂ ਵਾਲਾ ਤੁਸੀਂ ਯਾਦ ਰੱਖਿਓ। ਇੱਕ ਕਾਲੀਦਾਸ ਬਾਰੇ ਯਾਦ ਰੱਖਿਓ। ਦ ਗੁਪਤਾ ਏਜ ਇਜ਼ ਕਾਲਡ ਦੀ ਗੋਲਡਨ ਏਜ, ਇਹ ਯਾਦ ਰੱਖਿਓ। ਇਹ ਹਰ ਵਾਰ ਕੁਐਸਚਨ ਆਉਂਦਾ ਕਿ ਹਿਸਟਰੀ ਦੇ ਵਿੱਚ ਕਿਹੜੀ ਏਜ ਨੂੰ ਗੋਲਡਨ ਏਜ ਦੇ ਨਾਮ ਨਾਲ ਜਾਣਿਆ ਜਾਂਦਾ? ਤਾਂ ਗੁਪਤਾ ਏਜ ਨੂੰ, ਕਿਉਂਕਿ ਇਸ ਟਾਈਮ 'ਤੇ ਬਹੁਤ ਸਾਰਾ ਲਿਟਰੇਚਰ ਲਿਖਿਆ ਗਿਆ, ਬਹੁਤ ਸਾਰੀਆਂ ਬਿਲਡਿੰਗਸ ਬਣੀਆਂ, ਇਹਨਾਂ ਕੋਲ ਬਹੁਤ ਸਾਰਾ ਪੈਸਾ ਸੀ, ਠੀਕ ਹੈ ਜੀ। ਅਤੇ ਬਹੁਤ ਇਹਨਾਂ ਨੇ ਐਕਸਪੈਂਡ ਕੀਤਾ ਆਪਦੇ ਰਾਜ ਨੂੰ, ਠੀਕ ਹੈ ਜੀ। ਸੋਨਾ ਚਾਂਦੀ ਮਤਲਬ ਬਹੁਤ ਇੱਕ ਹਾਈ ਲੈਵਲ 'ਤੇ ਸੀ, ਆਪਾਂ ਕਹਿ ਸਕਦੇ ਹਾਂ। ਤਾਂ ਕਰਕੇ ਇਹਨੂੰ ਗੋਲਡਨ ਏਜ ਦੇ ਨਾਮ ਨਾਲ ਜਾਣਿਆ ਜਾਂਦਾ। ਅੱਗੇ ਵੀ ਆਪਾਂ ਪੜ੍ਹਦੇ ਹਾਂ। ਅਗਲਾ ਜਿਹੜਾ ਇਹਦਾ ਰਾਜਾ ਉਹ ਹੈ ਕੁਮਾਰਗੁਪਤ। ਇਹਦੇ ਬਾਰੇ ਬਹੁਤ ਇੰਪੋਰਟੈਂਟ ਹੈ। ਇਹਦੇ ਬਾਰੇ ਜਿਹੜਾ ਜ਼ਿਆਦਾਤਰ ਇੰਪੋਰਟੈਂਟ ਹੈ ਉਹ ਹੈ ਨਾਲੰਦਾ ਯੂਨੀਵਰਸਿਟੀ, ਇਹਦੇ ਬਾਰੇ ਪੁੱਛਿਆ ਜਾਂਦਾ, ਠੀਕ ਹੈ ਜੀ। ਤਾਂ ਕੁਮਾਰਗੁਪਤ ਵਾਜ਼ ਦੀ ਸਕਸੈਸਰ ਆਫ ਚੰਦਰਗੁਪਤ ਸੈਕਿੰਡ। ਚੰਦਰਗੁਪਤ ਸੈਕਿੰਡ ਤੋਂ ਬਾਅਦ ਜਿਹੜਾ ਰਾਜਾ ਬਣਿਆ ਉਹ ਬਣਿਆ ਕੁਮਾਰਗੁਪਤ। ਤਾਂ ਹੀ ਲੇਡ ਦੀ ਫਾਊਂਡੇਸ਼ਨ ਆਫ ਨਾਲੰਦਾ ਯੂਨੀਵਰਸਿਟੀ। ਨਾਲੰਦਾ ਯੂਨੀਵਰਸਿਟੀ ਹੈ ਜਿਹੜੀ, ਉਹਦੀ ਫਾਊਂਡੇਸ਼ਨ ਕਿਹਨੇ ਰੱਖੀ ਸੀ? ਕੁਮਾਰਗੁਪਤ ਨੇ, ਗੁਪਤਾ ਸਮਰਾਟ ਨੇ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛਿਆ ਜਾਊ, ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਗਿਆ ਇਹ, ਠੀਕ ਹੈ ਜੀ। ਤਾਂ ਇਹ ਯਾਦ ਰੱਖਿਓ। ਇਸ ਤੋਂ ਬਾਅਦ ਆਪਾਂ ਜਿਹੜੇ ਗੁਪਤਾ ਸਾਮਰਾਜ ਦੇ ਰਾਜੇ ਆਉਂਦੇ ਆ ਉਹ ਜ਼ਿਆਦਾ ਸਟਰੋਂਗ ਨਹੀਂ ਸੀਗੇ, ਵੀਕ ਸੀਗੇ। ਤਾਂ ਕਰਕੇ ਗੁਪਤਾ ਸਾਮਰਾਜ ਦਾ ਜਿਹੜਾ ਡਿਕਲਾਈਨ ਹੋ ਗਿਆ ਉਸ ਤੋਂ ਬਾਅਦ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਅਰਬ ਕੰਟਰੀਆਂ ਸੀਗੀਆਂ, ਤਾਂ ਉਹਨਾਂ ਦੇ ਹਮਲੇ ਆਪਣੇ 'ਤੇ ਹੋਣ ਲੱਗ ਗਏ, ਠੀਕ ਹੈ ਜੀ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਸ ਤੋਂ ਬਾਅਦ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਊ ਆਪਣਾ 712 AD ਦੇ ਵਿੱਚ ਮੁਹੰਮਦ ਬਿਨ ਕਾਸਿਮ, ਉਹਨੇ ਹਮਲਾ ਕਰਤਾ। ਤਾਂ ਇਸ ਤੋਂ ਬਾਅਦ ਜਿਹੜੇ ਅਰਬ ਇਨਵੇਜ਼ਨ ਬਹੁਤ ਹੋਣ ਲੱਗ ਗਏ ਸੀ, ਤਾਂ ਕਰਕੇ ਜਿਹੜੇ ਇਸ ਤੋਂ ਬਾਅਦ ਇਹਨਾਂ ਦੇ ਰੂਲਰ ਆਏ ਉਹ ਬਹੁਤ ਵੀਕ ਸੀ। ਤਾਂ ਕੁਮਾਰਗੁਪਤ ਤੱਕ ਤੁਹਾਨੂੰ ਬਹੁਤ ਇੰਪੋਰਟੈਂਟ ਹੈ। ਤਾਂ ਇਹਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆ ਜਾਊਗਾ ਜੀ, ਗੁਪਤਾ ਸਾਮਰਾਜ ਦੇ ਵਿੱਚੋਂ ਆਇਆ। ਤਾਂ ਹੁਣ ਆਪਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਬਾਰੇ ਪੜ੍ਹਦੇ ਹਾਂ ਕਿ ਇਹਨਾਂ ਨੇ ਕਿਵੇਂ ਆਪਣਾ ਜਿਹੜਾ ਤਾਮਾ ਜਾਮਾ ਉਹ ਸੈੱਟ ਕੀਤਾ ਹੋਇਆ ਸੀ। ਤਾਂ ਸਭ ਤੋਂ ਪਹਿਲਾਂ ਗੁਪਤਾ ਕਿੰਗਸ ਐਕਸੈਪਟ ਦੀ ਟਾਈਟਲ ਆਫ ਸਮਰਾਟ ਪਰਮੇਸ਼ਵਰ ਚੱਕਰਵਰਤੀ।
ਤਾਂ ਇਹੋ ਜਿਹੇ ਜਿਹੜੇ ਟਾਈਟਲ ਐਕਸੈਪਟ ਕਰਦੇ ਸੀ। ਪਰਮੇਸ਼ਵਰ ਵੀ ਕਹਾਉਂਦੇ ਸੀ ਲੋਕਾਂ ਤੋਂ, ਚੱਕਰਵਰਤੀ ਵੀ ਕਹਾਉਂਦੇ ਸੀ, ਸਮਰਾਟ ਵੀ ਕਹਾਉਂਦੇ ਸੀ। ਠੀਕ ਹੈ ਜੀ। ਮਹਾਰਾਜ ਧਿਰਾਜ ਹੋ ਗਿਆ, ਮਹਾਰਾਜ ਹੋ ਗਿਆ, ਤਾਂ ਇਹ ਸਾਰੇ ਟਾਈਟਲ ਐਕਸੈਪਟ ਇਹ ਕਰਦੇ ਸੀ। ਤਾਂ ਹਾਈ ਓਫੀਸ਼ੀਅਲ ਸਭ ਤੋਂ ਜਿਹੜਾ ਇਹਨਾਂ ਦਾ ਹੁੰਦਾ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਹਾਈ ਓਫੀਸ਼ੀਅਲ ਆਪਾਂ ਕਿਹਨੂੰ ਕਹਿ ਸਕਦੇ ਹਾਂ? ਫੋਰਨ ਮਿਨਿਸਟਰ ਨੂੰ। ਤਾਂ ਉਹਨੂੰ ਕਿਹਾ ਜਾਂਦਾ ਸੀ ਸੰਧੀ ਵਿਗਾਰਾ, ਸੰਧੀ ਵਿਗਾਰਾ, ਸੰਧੀ ਵਿਗਾਰਾ ਕਿਹਾ ਜਾਂਦਾ ਸੀ ਫੋਰਨ ਮਿਨਿਸਟਰ ਨੂੰ। ਇਹ ਯਾਦ ਰੱਖਿਓ ਤੁਸੀਂ, ਇਹ ਪੁੱਛੀਆਂ ਜਾਂਦੀਆਂ ਟਰਮਸ ਬਹੁਤ ਜ਼ਿਆਦਾ। ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਕੁਮਾਰਾ ਮਾਤਿਆਸ ਐਂਡ ਆਯੁਕਤਾਸ ਵਰ ਐਡਮਿਨਿਸਟ੍ਰੇਟਰ। ਇਹ ਵੀ ਮਤਲਬ ਇੱਕ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਹੁੰਦੇ ਸੀ, ਆਯੁਕਤਾ ਅਤੇ ਕੁਮਾਰਾ ਮਾਤਿਆ। ਇਹ ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਪ੍ਰੋਵਿੰਸ ਨੌਨ ਐਜ਼ ਭੁਕਤੀਜ਼। ਠੀਕ ਹੈ ਜੀ। ਜਿਹੜਾ ਪ੍ਰੋਵਿੰਸ ਹੁੰਦਾ ਸੀ, ਜਿਹੜਾ ਇਹਨਾਂ ਦਾ ਪ੍ਰਾਂਤ ਹੁੰਦਾ ਸੀ, ਉਹਨੂੰ ਕੀ ਕਿਹਾ ਜਾਂਦਾ ਸੀ? ਭੁਕਤੀ ਕਿਹਾ ਜਾਂਦਾ ਸੀ। ਇਹਨਾਂ ਦੇ ਟਾਈਮ 'ਤੇ, ਗੁਪਤਾ ਸਾਮਰਾਜ ਦੇ ਟਾਈਮ 'ਤੇ ਭੁਕਤੀਜ਼ ਕਿਹਾ ਜਾਂਦਾ ਸੀ। ਅਤੇ ਡਿਸਟ੍ਰਿਕਟ ਨੂੰ ਕੀ ਕਿਹਾ ਜਾਂਦਾ ਸੀ? ਡਿਸਟ੍ਰਿਕਟ ਨੂੰ ਕਿਹਾ ਜਾਂਦਾ ਸੀ ਵਿਸ਼ਿਆਸ। ਠੀਕ ਹੈ ਜੀ। ਵਿਸ਼ ਕਿਹਾ ਜਾਂਦਾ ਸੀ, ਵਿਸ਼ਿਆਸ। ਠੀਕ ਹੈ। ਇਹ ਜਿਹੜੀਆਂ ਟਰਮਸ ਨੇ ਉੱਧਰੋਂ ਆਈਆਂ ਆਪਣੀਆਂ ਵੇਦ ਕਲਚਰ, ਵੈਦਿਕ ਕਲਚਰ ਤੋਂ, ਜਿਹੜਾ ਆਪਾਂ ਪ੍ਰੀਵੀਅਸ ਆਪਾਂ ਪੜ੍ਹ ਕੇ ਆਏ ਹਾਂ। ਉਹ ਤੁਸੀਂ ਜ਼ਰੂਰ ਪੜ੍ਹ ਕੇ ਆਇਓ। ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਆਪਣੇ 4-5 ਸੈਸ਼ਨ ਇਸ ਤੋਂ ਪਹਿਲਾਂ ਅਪਲੋਡ ਹੋ ਚੁੱਕੇ ਨੇ, 4 ਸੈਸ਼ਨ, ਤਾਂ ਉਹ ਜ਼ਰੂਰ ਲਗਾਇਓ, ਫਿਰ ਤੁਹਾਨੂੰ ਇਹ ਵਧੀਆ ਤਰੀਕੇ ਨਾਲ ਸਮਝ ਆਊਗਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਵਿਲੇਜ ਵਾਜ਼ ਅੰਡਰ ਕੰਟਰੋਲ ਆਫ ਗ੍ਰਾਮਿਕਾਸ। ਗ੍ਰਾਮ ਮਤਲਬ ਗ੍ਰਾਮ ਹੁੰਦਾ ਪਿੰਡ, ਤਾਂ ਗ੍ਰਾਮਿਕਾ ਜਿਹੜਾ ਵਿਲੇਜ ਨੂੰ ਕੰਟਰੋਲ ਕਰਦਾ ਸੀਗਾ, ਗ੍ਰਾਮਿਕਾਸ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਫਾਹੀਆਨ ਬਾਰੇ। ਇਹ ਬਹੁਤ ਇੰਪੋਰਟੈਂਟ ਹੈ। ਫਾਹੀਆਨ ਜਿਹੜਾ ਟਰੈਵਲਰ ਸੀਗਾ, ਚਾਈਨੀਜ਼ ਟਰੈਵਲਰ। ਠੀਕ ਹੈ ਜੀ। ਤਾਂ ਇਹ ਆਇਆ ਸੀ ਚੰਦਰਗੁਪਤ ਸੈਕਿੰਡ ਦੇ ਟਾਈਮ 'ਤੇ। ਦ ਫੇਮਸ ਚਾਈਨੀਜ਼ ਪਿਲਗ੍ਰਿਮ ਫਾਹੀਆਨ ਵਿਜ਼ਿਟਡ ਇੰਡੀਆ ਡਿਊਰਿੰਗ ਦੀ ਰੀਨ ਆਫ ਚੰਦਰਗੁਪਤ ਸੈਕਿੰਡ, ਜਿਹਨੂੰ ਆਪਾਂ ਵਿਕਰਮਾਦਿੱਤਿਆ ਵੀ ਕਹਿੰਦੇ ਹਾਂ। ਤਾਂ ਇਹਦੇ ਟਾਈਮ 'ਤੇ ਆਇਆ ਸੀਗਾ ਫਾਹੀਆਨ। ਕਿਉਂ ਆਇਆ ਸੀ ਆਪਾਂ ਅੱਗੇ ਪੜ੍ਹਦੇ ਹਾਂ। ਹੀ ਵਿਜ਼ਿਟਡ ਪੇਸ਼ਾਵਰ। ਤਾਂ ਇਹਦੀਆਂ ਜਗ੍ਹਾਵਾਂ ਜ਼ਰੂਰ ਪੜ੍ਹਿਓ, ਇਹ ਬਹੁਤ ਵਾਰ ਪੁੱਛਿਆ ਗਿਆ ਕਿ ਫਾਹੀਆਨ ਨੇ ਹੋਰ ਕਿੱਥੇ ਕਿੱਥੇ ਵਿਜ਼ਿਟ ਕੀਤਾ ਸੀ। ਤਾਂ ਉਹ ਕਿੱਥੇ ਕਿੱਥੇ, ਕਿਹੜੀਆਂ ਕਿਹੜੀਆਂ ਜਗ੍ਹਾ ਗਿਆ ਸੀ, ਉਹ ਸਾਰੀਆਂ ਲਿਖੀਆਂ ਹੋਈਆਂ। ਪੇਸ਼ਾਵਰ ਗਿਆ ਸੀ, ਮਥੁਰਾ, ਕਨੌਜ, ਸਰਾਵਸਤੀ, ਕਪਿਲਵਸਤੂ, ਕੁਸ਼ੀਨਗਰ, ਪਾਟਲੀਪੁੱਤਰਾ, ਕਾਸੀ ਐਂਡ ਬੋਧ ਗਿਆ। ਬੋਧ ਗਿਆ ਮਤਲਬ ਜਿੰਨੀਆਂ ਵੀ ਮਹਾਤਮਾ ਬੁੱਧ ਦੇ ਨਾਲ ਰਿਲੇਟਡ ਜਗ੍ਹਾਵਾਂ ਸੀ, ਇਹ ਸਾਰੇ ਕਿਤੇ ਇਹਨੇ ਵਿਜ਼ਿਟ ਕੀਤਾ, ਕਿਉਂਕਿ ਇਹ ਬੰਦਾ ਸਕੋਲਰ ਸੀ। ਇਹ ਬੁੱਧ ਧਰਮ ਦੇ ਬਾਰੇ ਹੀ ਪਤਾ ਕਰਨ ਆਇਆ ਸੀ। ਜਿੱਥੇ ਜਿੱਥੇ ਮਹਾਤਮਾ ਬੁੱਧ ਗਏ, ਉੱਥੇ ਉੱਥੇ ਇਹ ਬੰਦਾ ਗਿਆ। ਇਹ ਯਾਦ ਰੱਖਿਓ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਦੀ ਮੇਨ ਪਰਪਜ਼ ਆਫ ਹਿਸ ਵਿਜ਼ਿਟ ਵਾਜ਼ ਟੂ ਸੀ ਦੀ ਲੈਂਡ ਆਫ ਦੀ ਬੁੱਧਾ ਐਂਡ ਟੂ ਕਲੈਕਟ ਬੁੱਧਿਸਟ ਮੈਨੂਸਕ੍ਰਿਪਟ ਫਰੋਮ ਇੰਡੀਆ। ਤਾਂ ਇਹ ਬੰਦੇ ਨੇ ਬੁੱਧ ਧਰਮ ਨੂੰ ਅੱਗੇ ਚਾਈਨਾ ਦੇ ਵਿੱਚ ਫੈਲਾਤਾ ਸੀ। ਠੀਕ ਹੈ ਜੀ। ਤਾਂ ਇੱਥੋਂ ਇਹ ਸਾਰਾ ਕੁਛ ਇਕੱਠਾ ਕਰਕੇ, ਸਾਰਾ ਲਿਟਰੇਚਰ ਇਕੱਠਾ ਕਰਕੇ ਲੈ ਗਿਆ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਸਟੇਡ ਇਨ ਦੀ ਪਾਟਲੀਪੁੱਤਰਾ 3 years। 3 ਸਾਲ ਇਹ ਬੰਦਾ ਪਟਨਾ ਦੇ ਵਿੱਚ ਰਿਹਾ ਸੀ, ਜਿਹਨੂੰ ਪਹਿਲਾਂ ਪਾਟਲੀਪੁੱਤਰਾ ਕਿਹਾ ਜਾਂਦਾ, ਹੁਣ ਜਿਹਨੂੰ ਪਟਨਾ ਕਿਹਾ ਜਾਂਦਾ। ਪਟਨਾ ਦੇ ਵਿੱਚ ਇਹ 3 ਸਾਲ ਰਿਹਾ ਸੀ। ਠੀਕ ਹੈ ਜੀ। ਉੱਥੇ ਇਹਨੇ ਕੀ ਕੀਤਾ? ਸਟੱਡਿੰਗ ਸੰਸਕ੍ਰਿਤ। ਸੰਸਕ੍ਰਿਤ ਇਹਨੇ ਪੜ੍ਹੀ। ਸੰਸਕ੍ਰਿਤ ਕਿਉਂਕਿ ਇਹਨੂੰ ਪੜ੍ਹਨੀ ਪੈਣੀ ਸੀ, ਸੰਸਕ੍ਰਿਤ ਅਤੇ ਪਾਲੀ ਲੈਂਗੁਏਜ ਇਹਨੇ ਪੜ੍ਹੀਆਂ। ਤਾਂ ਉਸ ਤੋਂ ਬਾਅਦ ਇਹਨੇ ਜਿਹੜਾ ਬੁੱਧ ਧਰਮ ਦੇ ਬਾਰੇ ਜਾਣਿਆ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਫਾਹੀਆਨ ਪ੍ਰੋਵਾਈਡਸ ਦੀ ਵੈਲੂਏਬਲ ਇਨਫੋਰਮੇਸ਼ਨ ਅਬਾਊਟ ਦੀ ਗੁਪਤਾ ਐਮਪਾਇਰ। ਤਾਂ ਇੱਥੋਂ ਵੀ ਆਪਾਂ ਨੂੰ ਗੁਪਤਾ ਐਮਪਾਇਰ ਬਾਰੇ ਪਤਾ ਲੱਗਦਾ, ਕਿਉਂਕਿ ਇਹ ਆਇਆ ਸੀ ਗੁਪਤਾ ਐਮਪਾਇਰ ਦੇ ਵਿੱਚ। ਤਾਂ ਚੰਦਰਗੁਪਤ ਸੈਕਿੰਡ ਦੇ ਬਾਰੇ ਵੀ ਇਹਨੇ ਕੁਛ ਨਾ ਕੁਛ ਲਿਖਿਆ ਹੋਊਗਾ ਕਿ ਉਸ ਟਾਈਮ 'ਤੇ ਇਹ ਰਾਜਾ ਸੀ, ਜਾਂ ਇਹਨਾਂ ਦੀ ਬਹੁਤ ਵਧੀਆ ਇਹਨਾਂ ਨੇ ਆਪ ਦਾ ਐਡਮਿਨਿਸਟ੍ਰੇਸ਼ਨ ਸੀਗਾ। ਠੀਕ ਹੈ ਜੀ। ਤਾਂ ਕਰਕੇ ਇੱਥੋਂ ਹੀ ਆਪਾਂ ਨੂੰ ਹਿਸਟਰੀ ਦਾ ਪਤਾ ਚੱਲਦਾ। ਤਾਂ ਇਹ ਤੁਸੀਂ ਯਾਦ ਰੱਖਿਓ। ਇਸ ਤੋਂ ਬਾਅਦ ਆਪਾਂ ਰਿਲੀਜਨ, ਆਰਟ ਐਂਡ ਕਲਚਰ ਐਂਡ ਲਿਟਰੇਚਰ। ਤਾਂ ਇਹ ਸਾਰਾ ਕੁਛ ਪੜ੍ਹਦੇ ਕਿ ਕੀ ਕੁਛ ਸੀ। ਸਭ ਤੋਂ ਪਹਿਲਾਂ ਤਾਂ ਜਿਹੜਾ ਕਾਸਟ ਸਿਸਟਮ ਸੀਗਾ, ਇਹ ਰਿਜਿਡ ਸੀ। ਰਿਜਿਡ ਦਾ ਮਤਲਬ ਕੀ ਹੁੰਦਾ? ਪੱਕਾ, ਕਿ ਜਿਹੜਾ ਬ੍ਰਾਹਮਣ ਦਾ ਮੁੰਡਾ ਉਹ ਬ੍ਰਾਹਮਣ ਹੈ। ਠੀਕ ਹੈ ਜੀ। ਉਹ ਮਤਲਬ ਸ਼ੂਦਰ ਨਹੀਂ ਬਣ ਸਕਦਾ, ਤਾਂ ਉਹ ਬ੍ਰਾਹਮਣ ਹੀ ਰਹੂਗਾ, ਬੇਸ਼ੱਕ ਉਹਨੂੰ ਕੁਛ ਆਉਂਦਾ ਜਾਂ ਨਹੀਂ ਆਉਂਦਾ। ਜਿਹੜਾ ਸ਼ੂਦਰ ਦਾ ਮੁੰਡਾ ਉਹ ਬ੍ਰਾਹਮਣ ਨਹੀਂ ਬਣ ਸਕਦਾ। ਠੀਕ ਹੈ ਜੀ। ਸ਼ੂਦਰ ਦਾ ਬੇਟਾ ਜਿਹੜਾ ਉਹ ਬ੍ਰਾਹਮਣ ਨਹੀਂ ਬਣ ਸਕਦਾ, ਬੇਸ਼ੱਕ ਉਹਨੂੰ ਸਾਰੇ ਵੇਦਾਂ ਬਾਰੇ ਨੌਲੇਜ ਹੈਗੀ ਹੈ। ਤਾਂ ਕਰਕੇ ਇਹ ਜਿਹੜਾ ਸੀਗਾ ਰਿਜਿਡ ਸਿਸਟਮ ਸੀ, ਕਿ ਮਤਲਬ ਇੱਕ ਹੈਰੀਡਿਟਰੀ ਚੱਲਿਆ ਆ ਰਿਹਾ ਸੀ। ਮਤਲਬ ਜਿਹੜਾ ਉਹਦਾ ਬੇਟਾ, ਜਿਹੜਾ ਬ੍ਰਾਹਮਣ ਦਾ ਬੇਟਾ ਉਹ ਬ੍ਰਾਹਮਣ ਬਣੂਗਾ, ਸ਼ੂਦਰ ਦਾ ਬੇਟਾ ਸ਼ੂਦਰ, ਖੱਤਰੀ ਦਾ ਬੇਟਾ ਖੱਤਰੀ ਬਣੂਗਾ। ਠੀਕ ਹੈ ਜੀ। ਤਾਂ ਇਹ ਰਿਜਿਡ ਸੀਗਾ, ਨਾ ਕਿ ਫਲੈਕਸੀਬਲ ਸੀ। ਤਾਂ ਇਹ ਲੇਟਰ ਵੈਦਿਕ ਪੀਰੀਅਡ ਤੋਂ ਬਾਅਦ ਇਹ ਸਿਸਟਮ ਸਟਾਰਟ ਹੋ ਗਿਆ ਸੀ। ਮਤਲਬ ਸਿਸਟਮ ਹੈ ਜਿਹੜਾ ਉਹ ਗੰਧਲਾ ਹੁੰਦਾ ਗਿਆ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਪੁਆਇੰਟ ਹੈ, ਵਿਸ਼ਟੀ। ਵਿਸ਼ਟੀ ਕਿਹਨੂੰ ਕਿਹਾ ਜਾਂਦਾ? ਫੋਰਸ ਲੇਬਰ, ਧੱਕੇ ਨਾਲ ਮਜ਼ਦੂਰੀ ਕਰਾਉਣੀ, ਤਾਂ ਵਿਸ਼ਟੀ ਕਿਹਾ ਜਾਂਦਾ ਇਹਨੂੰ। ਤਾਂ ਇਹ ਪ੍ਰੈਕਟਿਸ ਕੀਤੀ ਜਾਂਦੀ ਸੀ ਇਸ ਟਾਈਮ 'ਤੇ, ਕਿਉਂਕਿ ਧੱਕੇ ਨਾਲ ਜਿਹੜੀ ਲੇਬਰ ਹੈ ਉਹ ਕਰਵਾਈ ਜਾਂਦੀ ਸੀ, ਇਹਨੂੰ ਵਿਸ਼ਟੀ ਕਿਹਾ ਜਾਂਦਾ ਸੀ। ਦੀ ਪ੍ਰੈਕਟਿਸ ਆਫ ਅਨਟਚੇਬਿਲਿਟੀ ਹੈਡ ਸਲੋਲੀ ਬਿਗਨ। ਇਹ ਤੋਂ ਸਟਾਰਟ ਹੁੰਦੀ ਹੈ ਜਿਹੜੀ ਆਪਣੀ ਅਨਟਚੇਬਿਲਿਟੀ, ਜਿਹਨੂੰ ਆਪਾਂ ਕਹਿੰਦੇ ਛੂਆ ਛੂਤ ਦੀ ਸਮੱਸਿਆ। ਜਿਹੜਾ ਆਰਟੀਕਲ 17 ਗੱਲ ਕਰਦਾ ਇਹਦੇ ਬਾਰੇ, ਆਪਣੇ ਕੌਨਸਟੀਟਿਊਸ਼ਨ ਦਾ ਆਰਟੀਕਲ 17 ਅਨਟਚੇਬਿਲਿਟੀ ਦਾ ਖਾਤਮਾ ਕਰਦਾ। ਠੀਕ ਹੈ ਜੀ। ਅਨਟਚੇਬਿਲਿਟੀ ਜਿਹੜੀ ਸਟਾਰਟ ਹੋਈ ਹੈ ਉਹ ਗੁਪਤਾ ਸਾਮਰਾਜ ਤੋਂ ਸਟਾਰਟ ਹੋਈ ਹੈ। ਅਨਟਚੇਬਿਲਿਟੀ ਦਾ ਕੀ ਮਤਲਬ ਸੀ? ਜਿਹੜੇ ਸ਼ੂਦਰ ਹੁੰਦੇ ਸੀ, ਜੇ ਉਹ ਕਿਸੇ ਵੀ ਭਾਂਡੇ ਨੂੰ ਟੱਚ ਕਰਦੇ ਸੀ, ਠੀਕ ਹੈ ਜੀ, ਤਾਂ ਉਹ ਭਾਂਡੇ ਨੂੰ ਸੁੱਟ ਦਿੱਤਾ ਜਾਂਦਾ ਸੀ। ਤਾਂ ਬਹੁਤ ਮਤਲਬ ਬੁਰਾ ਸਲੂਕ ਕੀਤਾ ਜਾਂਦਾ ਸੀ। ਅਨਟਚੇਬਿਲਿਟੀ ਮਤਲਬ ਛੂਆ ਛੂਤ। ਠੀਕ ਹੈ ਜੀ। ਤਾਂ ਇਹ ਚੀਜ਼ ਉਸ ਟਾਈਮ 'ਤੇ ਸਟਾਰਟ ਹੋ ਗਈ ਸੀ।
ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਬ੍ਰਾਹਮਣਿਜ਼ਮ ਵਾਜ਼ ਸੁਪਰੀਮ ਇਨ ਗੁਪਤਾ। ਤਾਂ ਬ੍ਰਾਹਮਣਿਜ਼ਮ ਬਹੁਤ ਸੁਪਰੀਮ ਸੀ, ਬਹੁਤ ਹਾਈ ਲੈਵਲ 'ਤੇ ਸੀ, ਬ੍ਰਾਹਮਣਾਂ ਨੂੰ ਬਹੁਤ ਪੂਜਿਆ ਜਾਂਦਾ ਸੀ। ਇੱਥੋਂ ਹੀ ਆਪਾਂ ਹਿਸਾਬ ਲਗਾ ਸਕਦੇ ਹਾਂ ਕਿ ਅਸ਼ਵਮੇਧ ਯੱਗ ਜਿਹੜਾ ਸਮੁੰਦਰਗੁਪਤ ਬਹੁਤ ਕਰਵਾਉਂਦਾ ਸੀ, ਤਾਂ ਉਹ ਬ੍ਰਾਹਮਣਿਜ਼ਮ ਕਰਕੇ ਹੀ ਸੀ, ਠੀਕ ਹੈ ਜੀ, ਕਿਉਂਕਿ ਬ੍ਰਾਹਮਣਿਜ਼ਮ ਬਹੁਤ ਹਾਈ ਪੀਕ 'ਤੇ ਸੀ, ਇਹਨੂੰ ਬਹੁਤ ਮੰਨਿਆ ਜਾਂਦਾ ਸੀ। ਅਸ਼ਵਮੇਧ ਇੱਕ ਬਹੁਤ ਮਤਲਬ ਇੱਕ ਮਹਿੰਗਾ ਯੱਗ ਆਪਾਂ ਜਿਹਨੂੰ ਕਹਿ ਸਕਦੇ ਹਾਂ, ਸਭ ਤੋਂ ਮਹਿੰਗਾ, ਜਿੱਥੇ ਸਭ ਤੋਂ ਵੱਧ ਧਨ ਦੌਲਤ ਆਪਾਂ ਲੁਟਾਉਂਦੇ ਹਾਂ, ਤਾਂ ਉਹ ਸਮੁੰਦਰਗੁਪਤ ਕਰਵਾਉਂਦਾ ਸੀ। ਤਾਂ ਬ੍ਰਾਹਮਣਿਜ਼ਮ ਆਪਣੇ ਪੀਕ 'ਤੇ ਸੀ। ਮੋਸਟ ਗੁਪਤਾ ਕਿੰਗਸ ਵਰ ਵੈਸ਼ਨਵਿਸਟ। ਤਾਂ ਜ਼ਿਆਦਾਤਰ ਕਿਉਂਕਿ ਬ੍ਰਾਹਮਣਿਜ਼ਮ ਸੀਗਾ, ਤਾਂ ਵੈਸ਼ਨਵਿਸਟ ਹੈ ਜਿਹੜੀ ਇਹ ਬ੍ਰਾਹਮਣਿਜ਼ਮ ਦਾ ਇੱਕ ਪਾਰਟ ਹੈ। ਤਾਂ ਵੈਸ਼ਨਵ ਸੀਗੇ ਸਾਰੇ ਮੋਸਟਲੀ ਜਿਹੜੇ ਗੁਪਤਾ ਕਿੰਗ ਸੀ, ਇਹ ਤੁਸੀਂ ਯਾਦ ਰੱਖਿਓ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਭਗਵਤ ਗੀਤਾ ਜਿਹੜੀ ਲਿਖੀ ਗਈ ਆ ਉਹ ਇਸ ਟਾਈਮ 'ਤੇ ਲਿਖੀ ਗਈ ਆ। ਭਗਵਤ ਗੀਤਾ ਦਾ ਜਿਹੜਾ ਲਿਖਿਆ ਗਿਆ, ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਦੇ ਫੋਲੋ ਦੀ ਨਾਗਰਾ ਸਿਸਟਮ ਟੈਂਪਲ। ਤਾਂ ਇੱਕ ਨਾਗਰਾ ਅਤੇ ਦ੍ਰਾਵਿੜਾ ਵੀ ਇਹ ਬਹੁਤ ਫੋਲੋ ਕਰਦੇ ਸੀ। ਨਾਗਰਾ ਅਤੇ ਦ੍ਰਾਵਿੜਾ ਇਹ ਟੈਂਪਲ ਹੁੰਦੇ ਨੇ, ਅਲੱਗ-ਅਲੱਗ ਮਤਲਬ ਇੱਕ ਸ਼ੈਲੀ ਹੁੰਦੀ ਆ, ਆਰਕੀਟੈਕਚਰ ਹੁੰਦਾ। ਤਾਂ ਨਾਗਰਾ ਆਰਕੀਟੈਕਚਰ ਨੂੰ ਇਹ ਫੋਲੋ ਜ਼ਿਆਦਾ ਕਰਦੇ ਸੀ, ਇਹ ਯਾਦ ਰੱਖਣਾ। ਦੀ ਪੇਂਟਿੰਗਸ ਆਫ ਦੀ ਗੁਪਤਾ ਪੀਰੀਅਡ ਆਰ ਸੀਨ ਐਟ ਬਾਗ। ਇੱਕ ਬਾਗ ਜਗ੍ਹਾ ਹੈਗੀ, ਠੀਕ ਹੈ, MP ਦੇ ਵਿੱਚ। ਇੱਥੇ ਇਹਨਾਂ ਦੀਆਂ ਪੇਂਟਿੰਗਸ ਤੁਹਾਨੂੰ ਮਿਲ ਜਾਣਗੀਆਂ ਗੁਪਤਾ ਐਂਪਾਇਰ ਦੀਆਂ। ਅਤੇ ਇੱਕ ਅਜੰਤਾ ਕੇਵਸ ਦੇ ਵਿੱਚ, ਤੁਸੀਂ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਅਜੰਤਾ ਅਤੇ ਅਲੋਰਾ ਦੀਆਂ ਗੁਫਾਵਾਂ ਨੇ, ਉਹਦੇ ਵਿੱਚ ਵੀ ਤੁਸੀਂ ਗੁਪਤਾ ਪੀਰੀਅਡ ਬਾਰੇ ਜਾਣ ਸਕਦੇ ਹੋ ਕਿ ਉਸ ਟਾਈਮ 'ਤੇ ਕੀ ਮਤਲਬ ਕਲਚਰ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਦੀ ਸੰਸਕ੍ਰਿਤ ਲੈਂਗੁਏਜ ਬਿਕੇਮ ਦੀ ਪ੍ਰੋਮੀਨੈਂਟ ਡਿਊਰਿੰਗ ਗੁਪਤਾ ਪੀਰੀਅਡ। ਸੰਸਕ੍ਰਿਤ ਲੈਂਗੁਏਜ ਓਬਵੀਅਸਲੀ ਹੋ ਜਦੋਂ ਬ੍ਰਾਹਮਣਿਜ਼ਮ ਸੀ, ਠੀਕ ਹੈ ਜੀ, ਵੇਦਾਂ ਨੂੰ ਪੜ੍ਹਿਆ ਜਾਂਦਾ ਸੀ, ਸਭ ਕੁਛ ਇਹ ਮਤਲਬ ਯੱਗ ਕਰਵਾਏ ਜਾਂਦੇ ਸੀ। ਸੰਸਕ੍ਰਿਤ ਜਿਹੜੀ ਸੀ ਉਹ ਲੈਂਗੁਏਜ ਜਿਹੜੀ ਪ੍ਰੋਮੀਨੈਂਟ ਸੀ, ਜ਼ਿਆਦਾ ਪੀਕ 'ਤੇ ਸੀ। ਅਗਲੀਆਂ ਜਿਹੜੀਆਂ ਕੁਛ ਮਤਲਬ ਰਚਨਾਵਾਂ ਲਿਖੀਆਂ ਗਈਆਂ, ਜਿਵੇਂ ਅਭਿਗਿਆਨ ਸ਼ਕੁੰਤਲਮ, ਮਾਲਵਿਕਾ ਮਿੱਤਰਮ, ਰਘੁਵੰਸ਼ਮ, ਇਹ ਕਿਹਨੇ ਲਿਖੀਆਂ? ਕਾਲੀਦਾਸ ਨੇ, ਠੀਕ ਹੈ ਜੀ, ਕਾਲੀਦਾਸ ਨੇ ਲਿਖੀਆਂ ਇਹ ਤੁਸੀਂ ਯਾਦ ਰੱਖਿਓ। ਤਾਂ ਇਹਨੂੰ ਮਤਲਬ ਕਾਲੀਦਾਸ ਇੱਕ ਬਹੁਤ ਫੇਮਸ ਪੋਇਟ ਹੈ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਬਹੁਤ ਵਧੀਆ ਜਿਹੜਾ ਲਿਟਰੇਚਰ ਹੈ ਉਹਨੇ ਲਿਖਿਆ, ਕਾਲੀਦਾਸ ਨੇ ਪੋਇਮਸ ਲਿਖੀਆਂ ਨੇ, ਪੋਇਟ ਬਹੁਤ ਵਧੀਆ ਸੀ। ਤਾਂ ਵਿਗਿਆਨ ਸ਼ਕੁੰਤਲਮ, ਮਾਲਵਿਕਾ ਮਿੱਤਰਮ, ਬਹੁਤ ਸਾਰੇ ਨੇ ਮਤਲਬ ਨਾਟਕ ਵਗੈਰਾ ਵੀ ਲਿਖੇ ਨੇ, ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇਹ ਸਾਰੀਆਂ ਰਚਨਾਵਾਂ ਇਹਦੀਆਂ ਨੇ ਕਾਲੀਦਾਸ ਦੀਆਂ। ਮ੍ਰਿਸ਼ਕਟਿਕਾ ਕਿਹਦੀ ਲਿਖੀ ਹੋਈ? ਮ੍ਰਿਸ਼ਕਟਿਕਮ ਵੀ ਇਹਨੂੰ ਕਹਿ ਦਿੰਦੇ ਨੇ। ਤਾਂ ਇਹ ਲਿਖਿਆ ਸ਼ੂਦਰਕ ਦੀ, ਇਹ ਵੀ ਯਾਦ ਰੱਖਿਓ, ਠੀਕ ਹੈ ਜੀ। ਦਸ਼ ਕੁਮਾਰ ਚਰਿਤਾ ਇਹ ਦੰਡੀ ਦੀ ਲਿਖੀ ਹੋਈ ਹੈ। ਅਤੇ ਪੰਚਤੰਤਰ ਦੀਆਂ ਕਹਾਣੀਆਂ ਲਿਖੀਆਂ ਨੇ ਵਿਸ਼ਨੂੰ ਸ਼ਰਮਾ ਨੇ, ਇਹ ਵੀ ਇਸ ਟਾਈਮ 'ਤੇ ਲਿਖੀਆਂ ਗਈਆਂ। ਤਾਂ ਤੁਸੀਂ ਦੇਖੋ ਕਿ ਕਿੰਨਾ ਮਹਾਨ ਲਿਟਰੇਚਰ ਜਿਹੜਾ ਗੁਪਤਾ ਪੀਰੀਅਡ ਦੇ ਟਾਈਮ 'ਤੇ ਲਿਖਿਆ ਗਿਆ। ਤਾਂ ਜਿਹੜੀ ਸੰਸਕ੍ਰਿਤ ਗ੍ਰਾਮਰ ਹੈ, ਅਸ਼ਟਾਧਿਆਈ ਇਹਨੂੰ ਕਿਹਾ ਜਾਂਦਾ। ਇਹ ਸੰਸਕ੍ਰਿਤ ਗ੍ਰਾਮਰ ਹੈ, ਇਹ ਕਿਹਨੇ ਲਿਖਿਆ? ਪਾਣਿਨੀ ਨੇ। ਇੱਕ ਲਿਖਿਆ ਯੋਗ ਸੂਤਰ, ਇਹ ਲਿਖਿਆ ਪਤੰਜਲੀ ਨੇ, ਇਹ ਵੀ ਇਸ ਟਾਈਮ 'ਤੇ ਲਿਖਿਆ ਗਿਆ, ਠੀਕ ਹੈ ਜੀ। ਤਾਂ ਐਂਡ ਦੇ ਉੱਤੇ ਮੈਂ ਇਹ ਲਿਖਿਆ ਕਿ ਦੈਟ ਇਜ਼ ਵਾਈ ਦੀ ਗੁਪਤਾ ਪੀਰੀਅਡ ਇਜ਼ ਕਾਲਡ ਦੀ ਗੋਲਡਨ ਏਜ। ਤਾਂ ਕਰਕੇ ਇਹਨੂੰ ਇੱਕ ਗੋਲਡਨ ਏਜ ਦਾ ਨਾਮ ਦਿੱਤਾ ਗਿਆ, ਗੋਲਡਨ ਏਜ ਦਾ ਰੁਤਬਾ ਦਿੱਤਾ ਗਿਆ, ਕਿਉਂਕਿ ਬਹੁਤ ਕੁਛ ਜਿਹੜਾ ਗੁਪਤਾ ਪੀਰੀਅਡ ਦੇ ਟਾਈਮ 'ਤੇ ਹੋਇਆ, ਬਹੁਤ ਕੁਛ ਲਿਖਿਆ ਗਿਆ, ਬਹੁਤ ਸਾਰੇ ਮੰਦਰ ਬਣੇ ਨੇ, ਠੀਕ ਹੈ ਜੀ। ਆਰਕੀਟੈਕਚਰ ਬਹੁਤ ਕਮਾਲ ਦਾ ਸੀ, ਬਹੁਤ ਮਤਲਬ ਪੈਸਾ ਸੀ, ਬਹੁਤ ਮਹਿੰਗੇ ਯੱਗ ਕਰਵਾਏ ਜਾਂਦੇ ਸੀ, ਠੀਕ ਹੈ ਜੀ। ਬਹੁਤ ਰਚਨਾਵਾਂ ਲਿਖੀਆਂ ਗਈਆਂ, ਤਾਂ ਕਰਕੇ ਇਹਨੂੰ ਗੋਲਡਨ ਏਜ ਦਾ ਨਾਮ ਦਿੱਤਾ ਗਿਆ। ਤਾਂ ਜੇ ਤੁਹਾਨੂੰ ਕੁਐਸਚਨ ਆਵੇ ਕਿ ਹਿਸਟਰੀ ਦੇ ਵਿੱਚ ਗੋਲਡਨ ਏਜ ਕਿਹਨੂੰ ਕਿਹਾ ਜਾਂਦਾ, ਤਾਂ ਉਹ ਕਿਹਾ ਜਾਂਦਾ ਆਪਣੇ ਗੁਪਤਾ ਸਾਮਰਾਜ ਨੂੰ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਟੌਪਿਕ ਹੈ ਜਿਹੜਾ ਉਹ ਬਣ ਜਾਂਦਾ। ਤਾਂ ਇਹ ਤੁਹਾਨੂੰ ਮੇਰੀ ਰਿਕੁਐਸਟ ਹੈ ਕਿ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਾਰੇ ਸੈਸ਼ਨ ਤੁਸੀਂ ਬੈਕ ਟੂ ਬੈਕ ਲਗਾਇਓ, ਇੱਕ ਵੀ ਸੈਸ਼ਨ ਮਿਸ ਨਾ ਕਰਿਓ, ਸਟੈਪ ਬਾਏ ਸਟੈਪ ਚੱਲਦੇ ਆਓ, ਠੀਕ ਹੈ ਜੀ। ਤਾਂ ਜਿਹੜਾ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਅੱਗੇ ਵਧੇ ਹਾਂ, ਤਾਂ ਵੈਦਿਕ ਏਜ, ਠੀਕ ਹੈ ਜੀ, ਵੈਦਿਕ ਏਜ ਤੋਂ ਬਾਅਦ ਆਪਾਂ ਅੱਗੇ ਜਿਹੜੇ ਵਧਦੇ ਆਏ ਹਾਂ, ਜੈਨਿਜ਼ਮ, ਬੁੱਧਿਜ਼ਮ, ਇਸ ਤੋਂ ਬਾਅਦ ਆਪਾਂ ਗੁਪਤ ਸਾਮਰਾਜ ਪੜ੍ਹਿਆ, ਅਤੇ ਇਸ ਤੋਂ ਬਾਅਦ ਆਪਣੀ ਜਿਹੜੀ ਮਿਡੀਵਲ ਹਿਸਟਰੀ ਉਹ ਵੀ ਸਟਾਰਟ ਹੋ ਜੂ, ਕਿਉਂਕਿ ਕਮਿੰਗ ਆਫ ਮੁਸਲਿਮ ਜਿਹੜਾ ਆਪਣਾ ਅਗਲਾ ਟੌਪਿਕ ਹੈ। ਤਾਂ ਇੱਕ ਟੌਪਿਕ ਨੂੰ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਕਰਵਾਉਣਾ। ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰਕੇ ਤੁਹਾਡੇ ਅੱਗੇ ਇਹ ਚੀਜ਼ਾਂ ਲੈ ਕੇ ਆ ਰਹੇ ਹਾਂ, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਇਹ ਆਪਣੀ ਮਿਹਨਤ ਦਾ ਮੁੱਲ ਜ਼ਰੂਰ ਪਾਇਓ, ਅਤੇ ਇਹਨੂੰ ਨੋਟ ਡਾਊਨ ਕਰਿਆ ਕਰੋ, ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ, ਰਿਵਾਈਜ਼ ਕਰੋ, ਵਾਰ-ਵਾਰ ਨੋਟਸ ਆਪਣੇ ਖੁਦ ਬਣਾਓ, ਇਹ ਮੈਂ ਤੁਹਾਨੂੰ ਰਿਕਮੈਂਡ ਕਰਦਾ। ਤਾਂ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ, ਇਹਨੂੰ ਲਾਈਕ ਕਰ ਦਿਓ, ਅੱਗੇ ਸ਼ੇਅਰ ਕਰ ਦਿਓ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਆਪਣੇ ਸੈਸ਼ਨ ਆ ਜਿਹੜੇ ਉਹ ਬੈਕ ਟੂ ਬੈਕ ਤੁਹਾਡੇ ਲਈ ਆਉਂਦੇ ਰਹਿਣਗੇ। ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਅੱਜ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਦਾ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।